ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਤੀਜੇ ਤੇ ਅਖੀਰਲੇ ਭਾਗ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਸ਼ੋਅ ਹੈ ਥੋੜਾ ਐਕਸਟੈਂਡਡ ਸ਼ੋਅ ਹੈਗਾ। ਇਹਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਅਸੀਂ ਨਿੱਘਾ ਤੇ ਹਾਰਦਿਕ ਕੇ ਸਵਾਗਤ ਕਰਾਂਗੇ ਸਾਰੇ ਦਰਸ਼ਕਾਂ ਦਾ ਜਿਹੜੇ ਕਿ ਸਿੱਖ ਚੈਨਲ ਨੂੰ ਦੇਸ਼ ਵਿਦੇਸ਼ ਦੇ ਵਿੱਚ ਦੁਨੀਆ ਭਰ ਦੇ ਵਿੱਚ ਕੈਨੇਡਾ ਅਮਰੀਕਾ ਔਰ ਇੰਡੀਆ ਦੇ ਵਿੱਚ ਫੇਸਬੁੱਕ ਦੇ ਉੱਤੇ ਜਿਹੜੀ ਸਾਡੀ ਆਡੀਅנס ਹੁੰਦੀ ਆ ਉਹ ਤਕਰੀਬਨ ਜੇ ਕਹਿ ਦਈਏ 7-8 ਲੱਖ ਹੁੰਦੀ ਆ ਤਾਂ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਤੇ ਜਿਵੇਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਮੈਂਸ਼ਨ ਕੀਤਾ ਸੀ, ਪ੍ਰਿਯੰਕਾ ਨੇ ਤਾਂ ਤੁਹਾਨੂੰ ਆਉਂਦੇ ਦੱਸ ਦਿੱਤਾ ਕਿ ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਸਾਡੇ ਅੱਜ ਕੋਲ ਖਾਸ ਮਹਿਮਾਨ ਸਾਡੇ ਕੋਲ ਆ ਰਹੇ ਨੇ ਔਰ ਖਾਸ ਸਾਡੀ ਉਸ ਪੰਜਾਬ ਦੀ ਧਰਤੀ ਦੀ ਮਿੱਟੀ ਦੀ ਖੁਸ਼ਬੂ ਲੈ ਕੇ ਆਏ ਨੇ ਤੇ ਉਹਨਾਂ ਦਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਕਰਾਂਗੇ। ਜੋਤੀ ਨੂਰਾ ਜੀ ਤੇ ਸੁਲਤਾਨਾ ਨੂਰਾ ਜੀ, The Sufi singing duo. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਦਿਲ ਦੀਆਂ ਗਹਿਰਾਈਆਂ ਤੋਂ। ਇਹ ਦੱਸੋ ਕਿ ਕਿੱਦਾਂ ਮਹਿਸੂਸ ਕਰਦੇ ਆ ਇੰਗਲੈਂਡ ਦੇ ਵਿੱਚ ਆ ਕੇ ਤੁਸੀਂ? ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ, ਤੁਸੀਂ ਸਾਨੂੰ ਬੁਲਾਉਨੇ ਔਰ ਸਾਨੂੰ ਸੱਦੇ ਤੇ ਸਾਨੂੰ ਯੂਕੇ ਬਹੁਤ ਚੰਗਾ ਲੱਗਦਾ, ਸਾਡਾ ਸੈਕਿੰਡ ਟਾਈਮ ਹੈ। ਅੱਛਾ ਜੀ। ਤੇ ਹੋਰ ਵੀ ਕਾਫੀ ਕੰਟਰੀਜ਼ ਗਏ ਪਰ ਜ਼ਿਆਦਾ ਮੈਨੂੰ ਇੱਥੇ ਚੰਗਾ ਲੱਗਦਾ। ਤੁਹਾਨੂੰ ਸੁਲਤਾਨਾ ਜੀ? ਮੈਨੂੰ ਬਹੁਤ ਚੰਗਾ ਲੱਗਦਾ ਜੀ। ਹਾਂ ਪਹਿਲਾਂ ਵੀ ਆਏ ਸੀ ਤੇ ਹੁਣ ਵੀ ਬੜਾ ਵਧੀਆ ਸਾਰਿਆਂ ਨੇ ਪਿਆਰ ਦਿੱਤਾ, ਦੇ ਵੀ ਰਹੇ ਨੇ ਜੀ। ਬੜਾ ਸੋਹਣਾ ਲੱਗਦਾ। ਇੰਡੀਆ ਤੋਂ ਜਹਾਜ਼ ਬਹਿੰਦੇ ਹੋ ਤਾਂ ਤੁਹਾਡੇ ਬਹੁਤ ਸਾਰੇ ਸੁਪਨੇ ਹੁੰਦੇ ਹੋਣਗੇ ਕਿ ਅੱਜ ਅਸੀਂ ਹੁਣ ਇਸ ਮੁਲਕ ਵਿੱਚ ਜਾ ਰਹੇ ਹਾਂ ਤੇ ਇਹੋ ਜਿਹਾ ਪ੍ਰਭਾਵ ਅਸੀਂ ਉਹਨਾਂ ਨੂੰ ਦੇ ਕੇ ਆਵਾਂਗੇ। ਕੋਈ ਉਹਦੇ ਵਾਸਤੇ ਤੁਹਾਨੂੰ ਪੂਰੀ ਅਸੀਂ ਮਨ ਨਾਲ ਮਿਹਨਤ ਕਰੀਦੀ ਹੈ ਜੀ ਸਾਰਿਆਂ ਲਈ, ਜਿੱਥੇ ਵੀ ਜਾਈਦਾ ਮਨ ਲਾ ਕੇ ਕੰਮ ਕਰੀਦਾ। ਇੱਕ ਫਾਦਰ ਸਾਹਿਬ ਨੇ ਇਹੀ ਕਿਹਾ ਕਿ ਪੁੱਤ ਛਾਪ ਛੱਡ ਕੇ ਆਓ, ਉੱਥੇ ਦੁਬਾਰਾ ਵੀ ਬੁਲਾਉਣ। ਵਾਹ। ਤੇ ਮੈਂ ਦਰਸ਼ਕਾਂ ਨੂੰ ਕਹਾਂਗੇ ਪ੍ਰਿਯੰਕਾ ਨੇ ਥੋੜੀ ਮੈਨੂੰ ਗੁਜ਼ਾਰਿਸ਼ ਕੀਤੀ ਸੀ ਕਿ ਮੈਂ ਕੁਛ ਜਿਹੜੇ ਸਵਾਲ ਹੈ ਅੰਗਰੇਜ਼ੀ ਵਿੱਚ ਕਰਾਂਗੇ ਕਿਉਂਕਿ ਪ੍ਰਿਯੰਕਾ ਤੁਹਾਨੂੰ ਪਤਾ ਹੈ ਕਿ ਇੱਥੋਂ ਦੀ ਜੰਪਲ ਹੈ, ਉਹਨੂੰ ਪੰਜਾਬੀ ਉਹਦੀ ਇੰਨੀ ਨਹੀਂ ਹੈਗੀ ਪਰ ਕੋਸ਼ਿਸ਼ ਕਰ ਰਹੀ ਹੈ। ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਤੇ ਪ੍ਰਿਯੰਕਾ ਤੁਸੀਂ ਕੀ ਪੁੱਛਣਾ ਚਾਹੁੰਦੇ ਆ? ਹਾਂਜੀ ਅੰਕਲ, ਜੋਤੀ ਤੇ ਸੁਲਤਾਨਾ, ਮੈਂ ਕੁਐਸਚਨ ਪੁੱਛਣਾ ਸੀ, ਸੂਫੀ ਦਾ ਮੀਨਿੰਗ ਕੀ ਆ? ਸੂਫੀ ਦਾ ਮੀਨਿੰਗ ਜੀ ਬਹੁਤ ਵੱਡਾ ਔਰ ਸਾਨੂੰ ਜਿੰਨਾ ਕੁ ਪਤਾ ਸਾਨੂੰ ਦੱਸਦੇ। ਸੂਫੀ ਜਿਹੜੀ ਸੂਫੀ ਚੀਜ਼ ਹੈ ਰੱਬ ਦਾ ਨਾਮ ਹੈ। ਹਾਂਜੀ, ਇਬਾਦਤ ਹੈ, ਬੰਦਗੀ ਹੈ, ਪੂਜਾ ਹੈ, ਜਿੱਧਰ ਮਰਜ਼ੀ ਲਾ ਲਓ ਜੀ। ਤੇ ਸੂਫੀ ਇੱਕ ਆਪਣੇ ਆਪ 'ਚ ਬਹੁਤ ਵੱਡਾ ਨਾਮ ਹੈ ਜੀ, ਆਪਣੇ ਆਪ ਬਹੁਤ ਵੱਡਾ ਪੀਰ ਹੈ। ਜਦੋਂ ਆਪਾਂ ਜਿਹਨੂੰ ਕਹਿ ਹੀ ਸੂਫੀ ਦਿੱਤਾ, ਫਿਰ ਸੂਫੀ ਦੇ ਨਾਲ ਸੂਫੀ ਹੋਣਾ, ਜਿਹੜਾ ਸੂਫੀ ਆਰਟਿਸਟ ਹੈ ਨਾ ਜੀ, ਉਹਨੂੰ ਸੂਫੀ ਦੇ ਨਾਲ ਸੂਫੀ ਹੋਣਾ ਉਹਦਾ ਬਹੁਤ ਮੁਸ਼ਕਿਲ ਹੈ। ਅਸੀਂ ਇਹ ਵੀ ਕਿਉਂਕਿ ਸੂਫੀ ਦੇ ਨਾਲ ਸੂਫੀ ਤਾਂ ਹੀ ਗਿਣਿਆ ਜਾਂਦਾ ਜੇ ਆਪਾਂ ਉਹਨੂੰ ਮੰਨਦੇ ਹਾਂ। ਉਹਨੂੰ ਹੀ ਕਹਿੰਦੇ ਸੂਫੀ ਲਈ ਅਸੀਂ ਸੂਫੀ ਗਾਉਂਦੇ ਹਾਂ ਔਰ ਸਾਡੇ ਲਈ ਉਹ ਇਬਾਦਤ ਹੈ, ਸਾਡੇ ਲਈ ਰੱਬ ਦਾ ਨਾਮ ਹੈ, ਸਾਡੇ ਲਈ ਬੰਦਗੀ ਹੈ, ਸਭ ਕੁਝ ਹੈ। ਮੈਂ ਇਹੀ ਗੱਲ ਦੇ ਉੱਤੇ ਆਉਣਾ ਚਾਹੁੰਦਾ ਸੀ ਕਿ ਜਦੋਂ ਤੁਸੀਂ ਸਟੇਜ ਤੇ ਜਾਂਦੇ ਆ ਕਿ ਤੁਹਾਡੇ ਇੱਕ ਜ਼ਿਹਨ ਦੇ ਵਿੱਚ ਤੁਹਾਡੇ ਇੱਕ ਵਿਸ਼ਵਾਸ ਹੁੰਦਾ ਮਨ ਦੇ ਵਿੱਚ, ਤੁਸੀਂ ਉਹ ਤਾਰ ਜੁੜੀ ਹੁੰਦੀ ਆ। ਬਲਕਿ ਜਿਹੜਾ ਦੂਜੇ ਗਾਇਕ ਹੈਗੇ ਆ ਜਿਹੜੇ ਹੋਰ ਗੀਤ ਸੰਗੀਤ ਦੀ ਬਹੁਤ ਕਿਸਮਾਂ ਨੇ ਵੈਸੇ ਦੇਖਿਆ ਜਾਵੇ। ਇਹ ਦੱਸੋ ਆਪਣੇ ਜੋਤੀ ਜੀ, ਇਹ ਤੁਹਾਡੀ ਸ਼ੁਰੂਆਤ ਕਿੱਦਾਂ ਤੁਸੀਂ ਇਹਦੇ ਵਿੱਚ ਜੁੜੇ ਸੰਗੀਤ ਦੇ ਵਿੱਚ? ਥੋੜ੍ਹਾ ਸਾਨੂੰ ਆਪਣਾ ਪਿਛੋਕੜ ਹੈਗਾ ਤੁਹਾਡਾ, ਘਰੇਲੂ ਮਾਹੌਲ ਕਿਹੋ ਜਿਹਾ ਸੀਗਾ? ਘਰੇਲੂ ਮਾਹੌਲ ਤਾਂ ਜੀ ਬਹੁਤ ਡਾਊਨ ਸੀਗਾ। ਉਦੋਂ ਬਹੁਤ ਛੋਟੇ ਸੀ ਅਸੀਂ। ਮੈਂ 4.5 ਸਾਲ ਦੀ ਸੀ ਤੇ 5-6 ਸਾਲ ਦੇ ਸੀਗੇ ਉਦੋਂ ਜਦੋਂ ਸਾਡਾ ਵਕਤ ਗੁਜ਼ਰਿਆ ਸਿੰਗਿੰਗ ਦੇ ਵਿੱਚ। ਗੁਜ਼ਰਨ ਮਤਲਬ ਸ਼ੁਰੂ ਹੋਇਆ ਸੀ ਜੀ। ਕੁਝ ਨਹੀਂ ਪਤਾ ਸੀਗਾ ਕਿ ਇੱਕ ਬੱਚਾ ਜਿਹੜਾ ਹੁੰਦਾ ਨਾ ਜਿੱਦਾਂ ਲੋਲਾਪਨ, ਬਸ ਉਹ ਸੀਗਾ। ਅੱਜ ਵੀ ਅਸੀਂ ਉਦਾਂ ਹੀ ਹਾਂ। ਮਤਲਬ ਇੱਦਾਂ ਹੀ ਬੱਚਿਆਂ ਨਾਲ ਅਸੀਂ ਖੇਡ ਰਹੇ ਸੀਗੇ, ਕੋਈ ਪਤਾ ਨਹੀਂ ਸੀ ਗਾਂ ਅਸੀਂ ਸਿੰਗਿੰਗ 'ਚ ਜਾਵਾਂਗੇ ਜਾਂ ਉੱਦਾਂ ਹੀ। ਬਸ ਇੱਦਾਂ ਹੀ ਪਾਪਾ ਇੱਕ ਸ਼ੌਂਕੀਆ ਤੌਰ 'ਤੇ ਸਾਨੂੰ ਰਿਆਜ਼ ਕਰਾਉਣ ਲੱਗ ਗਏ। ਜਦੋਂ ਅਸੀਂ ਨਾ ਇੱਕ ਕੁੱਲੀ ਵਿੱਚੋਂ ਨਹੀਂ ਯਾਰ ਲੱਭ ਲੈ, ਇੱਕ ਬੀਬੀ ਜੀ ਦਾ ਸਾਡੀ ਦਾ ਕਲਾਮ ਸੀ, ਬੀਬੀ ਨੂਰਾਂ ਜੀ ਦਾ ਜੀ। ਅਸੀਂ ਕੁੜੀਆਂ ਦੇ ਨਾਲ ਇੱਦਾਂ ਖੇਡ ਰਹੇ ਤੇ ਉਹ ਗੁਣਗੁਣਾ ਰਹੇ ਸੀ ਇੱਦਾਂ ਹੀ ਲਾਈਨ, ਜਿੱਦਾਂ ਉਹ ਕੁੜੀਆਂ ਝੁਰਮਟ ਬਣਾ ਕੇ ਗਾਉਂਦੀਆਂ ਨਾ, ਤੇ ਅਸੀਂ ਇੱਦਾਂ ਹੀ ਇੱਕੋ ਲਾਈਨ ਗਾਈਏ, ਫਿਰ ਬਹਿ ਜਾਈਏ, ਫਿਰ ਉੱਠ ਜਾਈਏ, ਫਿਰ ਬਹਿ ਜਾਈਏ ਇੱਦਾਂ। ਫਿਰ ਉਸ ਤੋਂ ਬਾਅਦ ਪਾਪਾ ਨੇ ਕਿਹਾ ਵੀ ਤੁਸੀਂ, ਉਹਨਾਂ ਨੇ ਸੁਣਿਆ ਤਾਂ ਮੇਰੇ ਚਾਚਾ ਜੀ ਨੂੰ ਕਿਹਾ ਵੀ ਕੁੜੀਆਂ ਨੂੰ ਲੈ ਕੇ ਆ। ਜਦੋਂ ਅਸੀਂ ਗਏ ਤੇ ਰੂਮ 'ਚ ਬੈਠੇ, ਉਹਨਾਂ ਨੇ ਕਿਹਾ ਪੁੱਤ ਤੁਸੀਂ ਰਿਦਮ ਔਰ ਮਿਊਜ਼ਿਕ ਦੇ ਨਾਲ ਤੁਸੀਂ ਗਾਓਗੇ? ਤੇ ਅਸੀਂ ਕਿਹਾ ਹਾਂਜੀ ਗਾਵਾਂਗੇ, ਜਿੱਦਾਂ ਬੱਚਾ ਕਹਿੰਦਾ ਨਾ, ਜਿੱਦਾਂ ਹਾਂਜੀ ਅਸੀਂ ਗਾਵਾਂਗੇ। ਤੇ ਜਦੋਂ ਅਸੀਂ ਗਾਇਆ ਬਿਲਕੁਲ ਪਰਫੈਕਟ ਸੀਗਾ, ਮਿਊਜ਼ਿਕ ਦੇ ਨਾਲ ਵੀ, ਰਿਦਮ ਦੇ ਨਾਲ। ਫਿਰ ਉਸ ਤੋਂ ਬਾਅਦ ਪਾਪਾ ਨੂੰ ਜਿੱਦਾਂ ਮਾਂ ਬਾਪ ਨੂੰ ਹੁੰਦਾ ਨਾ ਵੀ ਬੱਚਾ ਮੇਰਾ ਕਿੰਨਾ ਸੋਹਣਾ ਗਾ ਰਿਹਾ, ਮਤਲਬ
ਕੁਝ ਵੀ ਪਤਾ ਨਹੀਂ ਸੀ, ਨਾ ਸੁਰ ਤਾਲ ਬਾਰੇ, ਨਾ ਕੋਈ ਗਿਆਨ ਬਾਰੇ, ਨਾ ਇਦਾਂ ਨਹੀਂ ਪਤਾ ਸੀ ਵੀ ਸਿੰਗਿੰਗ ਹੁੰਦੀ ਕੀ ਹੈ। ਪਰ ਇਹ ਵੀ ਸੁਰ ਪੱਕਾ ਸੀ ਸ਼ੁਰੂ ਤੋਂ, ਕਿਉਂਕਿ ਇਹ ਸਾਡੀ 8ਵੀਂ 9ਵੀਂ ਪੀੜ੍ਹੀ ਹੋ ਗਈ ਜੀ, ਸਾਨੂੰ ਵਿਰਾਸਤ ਤੋਂ ਵੀ ਮਿਲਿਆ ਹੈ। ਅੱਛਾ ਜੀ। ਸਾਨੂੰ ਸੰਗੀਤ ਜਿਹੜੀ ਹੈ ਸਾਨੂੰ ਵਿਰਾਸਤ ਚੋਂ, ਸਾਡੀ ਬਰਾਦਰੀ ਚੋਂ ਹੀ ਮਿਲੀ ਸਾਨੂੰ। ਬਸ ਇਦਾਂ ਹੀ ਪਾਪਾ ਬਾਅਦ ਵਿੱਚ ਸ਼ੌਕੀਆ ਤੌਰ ਤੇ ਸਾਨੂੰ ਸਿਖਾਉਣ ਲੱਗ ਗਏ ਵੀ ਚਲੋ ਜਿੱਦਾਂ ਬੰਦੇ ਦਾ ਮਨ ਲੱਗ ਜਾਂਦਾ ਵੀ ਚੱਲ ਮੇਰੇ ਬੱਚੇ ਆ, ਵੀ ਜਿੱਦਾਂ ਪਾਪਾ ਹਰ ਵਕਤ ਸ਼ੌਕ ਨਾਲ ਸੁਣਦੇ ਹੁੰਦੇ ਸੀ, ਉਹ ਫਿਰ ਹੌਲੀ ਹੌਲੀ ਸਾਡਾ ਸਾਰਿਆਂ ਦਾ ਇੰਟਰਸਟ ਵੱਧਦਾ ਗਿਆ। ਫਿਰ ਔਰ ਇਹ ਦੱਸੋ ਕਿ ਜਿਹੜਾ ਇਹ ਸ਼ੌਕ ਸੀਗਾ ਇਹਦਾ, ਤੁਹਾਡਾ ਜਿਹੜੀ ਪੜ੍ਹਾਈ ਸੀ ਸਕੂਲ ਦੀ, ਉਹਦੇ ਉੱਤੇ ਵੀ ਕੋਈ ਅਸਰ ਹੋਇਆ? ਸੁਲਤਾਨਾ ਜੀ ਤੁਹਾਨੂੰ ਮੈਂ ਸਵਾਲ ਕਰਾਂਗਾ ਇਹ, ਕਿਉਂਕਿ ਤੁਸੀਂ ਸ਼ੌਕ ਵੀ ਸੀ ਤੁਹਾਡਾ। ਹੁਣੇ ਅਸੀਂ ਗੱਲ ਕਰ ਰਹੇ ਸੀ ਸਮਾਰਟਫੋਨਸ ਦੀ ਕਿ ਦੁਨੀਆ ਬਦਲ ਦਿੱਤੀ ਆ ਉਹਨਾਂ ਨੇ, ਕਿਉਂਕਿ ਤੁਹਾਡਾ ਜਦੋਂ ਧਿਆਨ ਹੁੰਦਾ, ਤੁਸੀਂ ਸੰਗੀਤ ਦੇ ਵੱਲ ਵੀ ਹੈਗੇ ਆ, ਪੜ੍ਹਾਈ ਵੱਲ ਵੀ ਹੈਗੇ ਆ, ਕੀ ਕੋਈ ਪੜ੍ਹਾਈ ਵਿੱਚ ਕੋਈ ਖਲਲ ਪੈਂਦਾ ਸੀ ਜਾਂ ਕੋਈ ਉਹਦਾ ਮਾਹੌਲ ਦੱਸੋ, ਸਕੂਲ ਦਾ ਤੁਹਾਡਾ ਮਾਹੌਲ ਕਿਹੋ ਜਿਹਾ ਸੀ? ਨਹੀਂ ਜੀ, ਟਾਈਮ ਤੇ ਸਭ ਕੁਝ ਹੋ ਜਾਂਦਾ ਸੀ ਜੀ। ਰੱਬ ਦੀ ਮਿਹਰ ਇੰਨੀ ਸੀ ਕਿ ਰਿਆਜ਼ ਵੀ ਆਪਣਾ ਕਰ ਲਈਦਾ ਸੀ, ਯਾਨੀ ਮੈਨੇਜ ਆਪਣੇ ਤਰੀਕੇ ਨਾਲ ਅਸੀਂ ਕਰ ਲੈਂਦੇ ਸੀ। ਜਦੋਂ ਅਸੀਂ ਅਨਮੈਰਿਡ ਸੀਗੇ ਉਦੋਂ 4 ਵਜੇ ਉੱਠਣਾ। ਅੱਛਾ ਜੀ। ਸਵੇਰ ਦੇ 4 ਵਜੇ ਉੱਠ ਕੇ ਫਿਰ 2 ਘੰਟੇ ਰਿਆਜ਼ ਕਰਨਾ, ਰਿਆਜ਼ ਕਰਕੇ ਫਿਰ ਸਕੂਲ ਚਲ ਜਾਣਾ, ਸਕੂਲ ਤੋਂ ਬਾਅਦ ਜਦੋਂ ਘਰ ਆਉਣਾ ਹੋਮਵਰਕ ਕਰਕੇ ਫਿਰ ਆਪਣਾ ਰਿਆਜ਼ ਕਰਨਾ, ਤੇ ਇਹ ਮੈਨੇਜ ਹੋ ਜਾਂਦਾ ਸੀ। ਇਹ ਦੱਸੋ ਕਿ ਤੁਸੀਂ ਕਿੱਥੋਂ ਤੱਕ ਪੜ੍ਹਾਈ ਕੀਤੀ ਆ? ਮੈਂ ਜੀ 10th ਤੱਕ ਕੀਤੀ ਹੈ। ਅੱਛਾ ਜੀ। ਤੇ ਤੁਹਾਡੇ ਭੈਣ ਜੀ ਨੇ? ਮੈਂ ਜੀ ਸਕੂਲ ਉਹਦਾ 8 ਹੈ ਤੇ ਪ੍ਰਾਈਵੇਟ ਅਸੀਂ ਦੋਨਾਂ ਨੇ 4 ਕਰ ਕੀਤੀਆਂ। ਅੱਛਾ ਜੀ। ਕਿਉਂਕਿ ਇੱਕ ਥੋੜੀਆਂ ਤੁਹਾਨੂੰ ਪਤਾ ਜੀ ਮਜਬੂਰੀਆਂ ਹੁੰਦੀਆਂ, ਔਰ ਤੁਸੀਂ ਵੀ ਸਾਡੇ ਬਾਪ ਵਰਗੇ, ਤੁਸੀਂ ਸਮਝ ਸਕਦੇ ਜੀ। ਤੇ ਉਸ ਟਾਈਮ ਸਾਡਾ ਟਾਈਮ ਹੀ ਇਦਾਂ ਦਾ ਚੱਲ ਰਿਹਾ ਸੀ, ਪਰ ਇਹ ਹੈ ਕਿ ਜਿੰਨਾ ਕੁ ਅਸੀਂ ਆਪਣੇ ਜੋਗਾ ਪੜ੍ਹ ਗਏ ਆ, ਸਾਡੇ ਪੇਰੈਂਟਸ ਨੇ ਸਾਨੂੰ ਪੜ੍ਹਾ ਦਿੱਤਾ, ਔਰ ਮਜਬੂਰੀਆਂ ਇਦਾਂ ਦੀਆਂ ਸੀ ਕਈ ਵਾਰੀ ਸਾਨੂੰ ਸਕੂਲ ਤੋਂ ਵੀ ਛੁੱਟੀ ਲੈ ਕੇ ਸਾਨੂੰ ਘਰ ਜਾਣਾ ਪੈਂਦਾ ਹੁੰਦਾ ਸੀ। ਵਾਹ। ਇਹ ਕੰਮ ਜਿਹੜਾ ਬਹੁਤ ਔਖਾ ਜੀ। ਅੱਛਾ, ਇਹਦੇ 'ਚ ਨਾ ਪੜ੍ਹਾਈ ਗਿਣੀ ਜਾਂਦੀ ਹੈ ਨਾ ਕੁਛ, ਕਿਉਂਕਿ ਜਦੋਂ ਸੰਗੀਤ ਦਾ ਬੰਦੇ ਨੂੰ ਗਿਆਨ ਆ ਜਾਵੇ ਨਾ, ਫਿਰ ਉਹਨੂੰ ਕੋਈ ਨਾ ਪੜ੍ਹਾਈ ਨਾ, ਚਾਹੇ ਜਿੱਥੇ ਤੱਕ ਮਰਜ਼ੀ ਜ਼ੋਰ ਲਾ ਲਓ, ਇਹ ਚੀਜ਼ ਗਿਣੀ ਨਹੀਂ ਜਾਂਦੀ ਜਦ ਤੱਕ ਉਹਨੂੰ ਸੰਗੀਤ ਦਾ ਗਿਆਨ ਹੈ ਜੀ। ਬਹੁਤ ਸਾਰੇ ਜਿਹੜੇ ਗਾਇਕਾਂ ਨੂੰ ਸੁਣਨ ਦਾ ਜਾਂ ਗੱਲ ਕਰਨ ਦਾ ਮੌਕਾ ਮਿਲਿਆ, ਕਈ ਵਾਰੀ ਅਸੀਂ ਦੇਖਦੇ ਹਾਂ ਸਥਿਤੀ ਕਈ ਵਾਰੀ ਉਲਟ ਹੁੰਦੀ ਆ, ਕਈ ਵਾਰੀ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਗੁੜਤੀ ਮਿਲਦੀ ਆ, ਕਈਆਂ ਨੂੰ ਪਰਿਵਾਰਾਂ ਵਿੱਚੋਂ ਬੰਦਿਸ਼ ਹੁੰਦੀ ਆ ਤੇ ਉਹਨਾਂ ਨੂੰ ਬਾਹਰੋਂ ਸਮਾਜ ਦੇ ਵਿੱਚੋਂ ਜਾਂ ਖਾਸ ਤੌਰ 'ਤੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਆ ਉਹਨਾਂ ਨੂੰ ਪ੍ਰੇਰਨਾ ਦਿੰਦੇ ਆ। ਤੁਹਾਨੂੰ ਵੀ ਤੁਹਾਡੇ ਟੀਚਰਾਂ ਤੋਂ ਪ੍ਰੇਰਨਾ ਮਿਲੀ ਕੋਈ ਕਿਸ ਤਰ੍ਹਾਂ ਦੀ, ਜਾਂ ਕਿਸੇ ਦਾ ਕੋਈ ਟੀਚਰ ਦਾ ਜ਼ਿਕਰ ਕਰਨਾ ਚਾਹੋਗੇ ਜਿਹਨੇ ਤੁਹਾਨੂੰ ਬਹੁਤ ਉਤਸ਼ਾਹਿਤ ਕੀਤਾ ਕਿ ਤੁਹਾਨੂੰ ਇਹ ਜ਼ਰੂਰ ਇਸ ਚੀਜ਼ ਨੂੰ ਕੈਰੀ ਔਨ ਕਰਨਾ ਚਾਹੀਦਾ? ਸਭ ਤੋਂ ਵੱਡੇ ਟੀਚਰ ਸਾਡੇ, ਮੈਨੂੰ ਸਪੈਸ਼ਲ ਜੀ ਸਾਡਾ ਜਾਗਰਣ ਸੀ ਕਿਤੇ, ਅੱਛਾ ਜੀ, ਉੱਥੇ ਵੀ ਆ ਕੇ ਮਿਲੇ ਮੇਰੇ ਪ੍ਰਿੰਸੀਪਲ ਸਾਹਿਬ ਜੀ। ਅੱਛਾ ਜੀ। ਤੇ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਹੈਗਾ, ਆਰਜੇ ਮੇਰਾ ਖਿਆਲ ਇਦਾਂ ਸੀ ਪਤਾ। ਹਾਂ। ਤੇ ਤੁਹਾਡੇ ਵਰਗੀ ਏਜ ਆ ਜੀ ਉਹਨਾਂ ਦੀ, ਤੇ ਬੜਾ ਸਾਨੂੰ ਪਿਆਰ ਕਰਦੇ ਸੀ ਉਹ। ਮੈਨੂੰ ਸਪੈਸ਼ਲ ਸਾਨੂੰ ਦੇਖਣ ਆਏ ਸੀ ਜੀ ਮਿਲਣ, ਤੇ ਬੜਾ ਸਾਨੂੰ ਚੰਗਾ ਲੱਗਿਆ। ਸਟੇਜ ਤੇ ਆ ਕੇ ਮਿਲੇ ਆ ਜੀ। ਜਿਵੇਂ ਅਸੀਂ +2 ਘਰ ਕੀਤੀ ਹੈ ਪ੍ਰਾਈਵੇਟ, ਇਦਾਂ ਹੀ ਇਹ ਸੰਗੀਤ ਬਹੁਤ ਔਖਾ ਹੈ ਜੀ, ਇਹਦੇ ਤੋਂ ਵੀ ਬਹੁਤ ਕੁਝ ਮਿਲਦਾ ਸਿੱਖਣ ਲਈ। ਤੁਹਾਨੂੰ ਪਹਿਲਾ ਮੌਕਾ? ਕਿਉਂਕਿ ਸਾਡੇ ਲਈ ਨਾ ਜੀ, ਜਿੱਥੋਂ ਤੱਕ ਸਾਨੂੰ ਪਤਾ, ਮਤਲਬ ਕਿ ਜਿਹੜੀ ਸੂਫੀ ਗਾਇਕੀ ਹੈ ਨਾ ਜੀ, ਬਹੁਤ ਔਖੀ ਹੈ ਜੀ, ਔਰ ਇਹਨੂੰ ਸੂਫੀ ਨੂੰ ਸੰਭਾਲਣਾ ਤਾਂ ਕੋਈ ਸੰਭਾਲਦਾ, ਜਿਹੜਾ ਸੰਭਾਲ ਗਿਆ ਉਹ ਉਤਰ ਗਿਆ, ਜਿਹੜਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ। ਮੈਂ ਸਵਾਲ ਇਸ ਵਿਸ਼ੇ ਤੇ ਮੈਂ ਫਿਰ ਤੁਹਾਡੇ ਵੱਲ ਵਾਪਸ ਆਵਾਂਗਾ। ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਤੁਸੀਂ ਪਹਿਲੀ ਵਾਰ ਤੁਹਾਨੂੰ ਉਸ ਪਰਮਾਤਮਾ ਨੇ ਕਦੋਂ ਇਹ ਮੌਕਾ ਬਖਸ਼ਿਆ ਜੋ ਤੁਸੀਂ ਆਪਣਾ ਫਨ ਜਿਹੜਾ ਉਹਦਾ ਮੁਜ਼ਾਹਰਾ ਵੱਡੀ ਆਡੀਅנס ਦੇ ਵਿੱਚ ਕੀਤਾ ਤੁਸੀਂ? ਸਾਡਾ ਜੀ ਪਹਿਲਾ ਸ਼ੋਅ ਹੋਇਆ ਸੀ ਦੂਰਦਰਸ਼ਨ, ਅੱਛਾ, ਜਸ਼ਨ ਦੀ ਰਾਤ, ਅੱਛਾ, 2005 ਦੇ ਵਿੱਚ। ਵਾਹ। ਤੇ ਉਦੋਂ ਅਸੀਂ ਗਾਇਆ ਸੀ ਕੁੱਲੀ ਵਿੱਚੋਂ ਨੀ ਯਾਰ ਲੱਭ ਲਏ, ਹੋਈ ਬੀਬੀ ਜੀ ਦਾ ਕਲਾਮ, ਇੱਕੋ ਹੀ ਬਸ ਉਦੋਂ ਇੱਕੋ ਹੀ ਯਾਦ ਆਉਂਦਾ ਹੁੰਦਾ ਸੀ। ਵਾਹ ਵਾਹ। ਉਹ ਕਲਾਮ ਗਾਇਆ ਸੀ। ਤੇ ਮਤਲਬ ਜਦੋਂ ਅਸੀਂ ਸਟੇਜ 'ਤੇ ਜਾਣਾ, ਅਸੀਂ ਇੰਨੇ ਨਰਵਸ ਸੀਗੇ, ਇੰਨਾ ਸਾਨੂੰ ਐਕਸਾਈਟਮੈਂਟ ਵੀ ਸੀ, ਇੰਨਾ ਹੀ ਡਰ ਸੀਗਾ ਵੀ ਸਟੇਜ 'ਤੇ ਜਾ ਕੇ ਕਿੱਦਾਂ ਗਾਵਾਂਗੇ ਜਾਂ ਕੀ ਕਰਾਂਗੇ। ਤਾਂ ਅਸੀਂ ਮੈਂ 7 ਸਾਲ ਦੀ ਸੀਗੀ, ਇਹ ਮੇਰੇ ਖਿਆਲ 12-13 ਸਾਲ ਦੇ ਸੀ ਉਦੋਂ, ਜਦੋਂ ਸਾਡਾ ਸਫ਼ਰ ਸ਼ੁਰੂ ਹੋਣ ਲੱਗਿਆ। ਜਦੋਂ ਅਸੀਂ ਸਟੇਜ 'ਤੇ ਗਏ, ਮਤਲਬ ਨਾ ਆਪਣੇ ਵੱਲੋਂ ਸਾਨੂੰ ਬੜਾ ਸਾਰਿਆਂ ਨੇ ਹੌਸਲਾ ਦਿੱਤਾ ਵੀ ਤੁਸੀਂ ਡਰਨਾ ਨਹੀਂ। ਤੇ ਅਸੀਂ ਮਾਈਕ ਫੜ ਲਏ, ਉੱਤੋਂ ਤੁਸੀਂ ਦੇਖੋ ਸਾਡੀਆਂ ਸਿਹਤਾਂ ਵੀ ਇੰਨੀਆਂ ਕਮਜ਼ੋਰ ਸੀ ਤੇ ਮਾਈਕ ਸਾਨੂੰ ਉਹਨੇ ਭਾਰੀ ਲੱਗਣ, ਕਦੇ ਫੜੇ ਨਹੀਂ ਮਾਈਕ। ਤੇ ਅੱਜ ਦਾਤੇ ਦੀ ਰਹਿਮਤ ਨਾਲ ਸਟੈਂਡ ਹੁੰਦਾ ਆ, ਸਟੈਂਡ, ਕੋਈ ਮਾਈਕ ਫੜਨ ਦੀ ਲੋੜ ਨਹੀਂ। ਇਹ ਤੁਹਾਡੀ ਇਹ ਮਾਈਕ ਫੜ ਕੇ ਜਦੋਂ ਗਾਉਣਾ ਤੇ ਇਦਾਂ ਅੱਖਾਂ ਕੱਢੀਆਂ ਵੀ ਸਾਨੂੰ ਲੋਕਾਂ ਨੂੰ ਲੱਗੇ ਸੀ ਡਰਦੇ ਨਹੀਂ ਪਏ। ਨਕੋਦਰ ਮੇਲਾ ਦੇ ਵਿੱਚ ਪਰਫਾਰਮ ਤੁਸੀਂ ਕੀਤੀ ਗੁਰਦਾਸ ਮਾਨ ਦੇ ਮੋੜੇ ਐਸ ਵੈਲ, ਤੁਸੀਂ ਕਿੱਦਾਂ ਫੀਲ ਕੀਤੀ ਉਹਦੇ ਬਾਰੇ? ਪਹਿਲੀ ਗੱਲ ਤਾਂ ਇਹ ਹੈ ਜੀ, ਮਤਲਬ ਕਿ ਜਿੰਨਾ ਕਿ ਸਾਡਾ ਨਕੋਦਰ ਤੋਂ ਪਹਿਲਾਂ ਸਫ਼ਰ ਸੀ ਬਹੁਤ ਵਧੀਆ ਸੀ, ਪਰ
ਉਹਨਾਂ ਸਾਈਆਂ ਦੀ ਮਿਹਰ ਹੈ ਜੀ। ਸਾਡੇ ਬਾਪੂ ਲਾਡੀ ਸਾਈਂ ਜੀ, ਬਾਬਾ ਮੁਰਾਦ ਸ਼ਾਹ ਜੀ ਔਰ ਬਾਪੂ ਲਾਲ ਬਾਦਸ਼ਾਹ ਜੀ ਜਿਹੜੇ ਸਾਡੇ ਗੜ੍ਹ ਨੇ, ਸਾਡੇ ਪੀਰ ਫਕੀਰ ਨੇ ਜਿਹੜੇ, ਇਹਨਾਂ ਦੀਆਂ ਦੁਆਵਾਂ, ਇਹਨਾਂ ਦਾ ਪਿਆਰ, ਉਹਨਾਂ ਨੇ ਦੇਖੋ ਜੀ ਇੱਕ ਰਾਤ ਦੇ ਵਿੱਚ ਸਾਨੂੰ ਸਟਾਰ ਬਣਾ ਦਿੱਤਾ ਜੀ। ਇਹ ਸਭ ਸਾਈਂ ਜੀ ਦੀ ਬਦੌਲਤ ਹੈ ਜੀ। ਹੋਰ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਕਹਾਂਗੇ। ਮੈਂ ਤੁਹਾਨੂੰ ਜਦੋਂ ਤੁਹਾਡਾ ਸੁਣਦੇ ਆ, ਤੁਹਾਡਾ ਕਲਾਮ ਔਰ ਮਾਨ ਸਾਹਿਬ ਜੀ ਸਾਨੂੰ ਬਹੁਤ ਪਿਆਰ ਕਰਦੇ ਨੇ, ਉਹ ਜਦੋਂ ਸਾਨੂੰ ਸੁਣਦੇ ਨੇ ਬੜਾ ਖੁਸ਼ ਹੋ ਕੇ ਸੁਣਦੇ। ਬਹੁਤ ਖੁਸ਼ੀ ਦੀ ਗੱਲ ਹੈ। ਔਰ ਮੈਂ ਇਹ ਗੱਲ ਮੈਂ ਦੇਖਿਆ ਤੁਹਾਨੂੰ ਜੋ ਤੁਹਾਡਾ ਤੁਸੀਂ ਕਲਾਮ ਸ਼ੁਰੂ ਕਰਦੇ ਆ, ਮੈਨੂੰ ਕਿਤੇ ਨਾ ਕਿਤੇ ਤੁਹਾਡੇ ਰੂਹ ਦੇ ਵਿੱਚੋਂ, ਤੁਹਾਡੀ ਆਵਾਜ਼ ਦੇ ਵਿੱਚੋਂ ਉਸਤਾਦ ਨੁਸਰਤ ਅਲੀ ਫਤਿਹ ਖਾਨ ਦੀ ਇੱਕ ਝਲਕ ਪੈਂਦੀ ਹੈਗੀ ਆ। ਕੀ ਤੁਸੀਂ ਉਹਨਾਂ ਦਾ ਪ੍ਰਭਾਵ ਚੇਤਨ ਮਨ ਦੇ ਨਾਲ ਜਾਂ ਅਵਚੇਤਨ ਮਨ ਦੇ ਨਾਲ ਕਬੂਲਿਆ? ਤੁਸੀਂ ਕੀ ਉਹਦੇ ਪ੍ਰਭਾਵ ਤੋਂ ਕੀ ਮਹਿਸੂਸ ਕਰਦੇ ਆ ਉਹਨਾਂ ਦੇ? ਮਹਿਸੂਸ ਤਾਂ ਜੀ ਤਾਂ ਕਰਦੇ, ਇੱਕ ਮਤਲਬ ਹੈ ਤਾਂ ਸਾਡੇ ਰਿਸ਼ਤੇਦਾਰ ਹੀ ਨੇ ਜੀ, ਪਰ ਥੋੜੇ ਜਿਹੇ ਦੂਰ ਦੇ ਨੇ। ਉਹ ਸੀਗੇ ਬਸਤੀ ਸ਼ੇਖ ਦੇ, ਅਸੀਂ ਸੀਗੇ ਬਸਤੀ ਦਾਨਿਸ਼ਮੰਦਾਂ ਦੇ। ਮਤਲਬ 1-2 ਕਿਲੋਮੀਟਰ ਦਾ ਵੀ ਫਾਸਲਾ ਨਹੀਂ ਹੈਗਾ। ਅੱਛਾ ਜੀ। ਮਤਲਬ ਇੰਨੇ ਨਜ਼ਦੀਕ ਨੇ ਉਹ ਸਾਡੇ। ਤੇ ਮੈਨੂੰ ਲੱਗਦਾ ਤੁਹਾਡੀ ਔਰ ਅਸੀਂ ਸੁਣਿਆ ਵੀ ਇਹਨਾਂ ਨੂੰ ਹੀ ਆ, ਹੋਰ ਕਿਸੇ ਨੂੰ ਨਹੀਂ। ਮੇਰੇ ਖਿਆਲ ਹੈ ਬਹੁਤ ਸਾਰੇ ਸਾਡੇ ਦਰਸ਼ਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜਦੋਂ ਤੁਸੀਂ ਇਹਨਾਂ ਨੂਰਾ ਭੈਣਾਂ ਦਾ, ਜਿਨ੍ਹਾਂ ਦਾ ਨਾਮ ਹੁਣ ਬੜਾ ਮਸ਼ਹੂਰ ਦੁਨੀਆ ਵਿੱਚ ਹੋ ਗਿਆ, ਜਦੋਂ ਤੁਸੀਂ ਕਲਾਮ ਸੁਣਦੇ ਆ, ਜਦੋਂ ਤੁਸੀਂ ਸ਼ੁਰੂਆਤ ਸੁਣਦੇ ਆ ਤਾਂ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਰੂਹ ਦੇ ਵਿੱਚ ਵੀ ਨੁਸਰਤ ਅਲੀ ਫਤਿਹ ਖਾਨ ਸਾਹਿਬ ਦੀ ਰੂਹ ਦਾ ਇੱਕ ਅੰਸ਼ ਜਿਹੜਾ ਮੌਜੂਦ ਹੁੰਦਾ ਹੈਗਾ, ਜਿਹੜਾ ਕਿ ਤੁਹਾਨੂੰ ਇੱਕ ਦੁਨੀਆ ਦੀ, ਇੱਕ ਵੱਖਰੀ ਦੁਨੀਆ ਦੇ ਵਿੱਚ ਤੁਹਾਨੂੰ ਲੈ ਜਾਂਦਾ ਆ। ਤੇ ਹੁਣ ਤੱਕ ਇਹ ਦੱਸੋ ਜੀ, ਤੁਸੀਂ ਕਿੰਨੀਆਂ ਕੁ ਐਲਬਮਾਂ ਕਰ ਚੁੱਕੇ ਆ? ਜਿੱਦਾਂ ਜੇ ਤੋਂ ਤੁਹਾਨੂੰ ਬਹੁਤ, ਜਿੱਦਾਂ ਕਿਹੜੀ ਐਲਬਮ ਨੇ ਤੁਹਾਨੂੰ ਜਿੱਦਾਂ ਬਹੁਤ ਸਕੂਨ ਬਖਸ਼ਿਆ? ਸਭ ਤੋਂ ਪਹਿਲਾਂ ਜੀ ਮੈਂ ਪੰਜਾਬੀ ਫਿਲਮ 'ਚ ਕੀਤੀ ਸੀਗੀ ਨਾਬਰ। ਅੱਛਾ। ਉਹਦੇ 'ਚ ਮੈਂ ਸ਼ਬਦ ਗਾਇਆ ਸੀ, ਸੱਜਣ ਮੇਰੇ ਰੰਗੂਲੇ ਜਾਏ ਸੁੱਤੇ ਜੀਰਾਨ। ਤੁਸੀਂ ਗਾ ਸਕਦੇ ਹੋ? ਹਾਂਜੀ ਬਿਲਕੁਲ। ਤਾਂ ਮੈਂ ਗਾਇਆ ਤਾਂ ਕੱਲ ਹੀ ਨਹੀਂ ਸੀ ਕੋਈ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਉਹਨਾਂ ਨੂੰ ਮੌਕਾ ਦੇ ਦਿੰਦੇ, ਕੋਈ ਗੱਲ ਨਹੀਂ। ਸੱਜਣ ਮੇਰੇ ਰੰਗੂਲੇ ਜਾਏ ਸੁੱਤੇ ਜੀਰਾਨ, ਸੱਜਣ ਮੇਰੇ ਰੰਗੂਲੇ ਜਾਏ ਸੁੱਤੇ ਜੀਰਾਨ। ਬਹੁਤ ਛੋਟੀ ਨੇ ਗਾਇਆ ਸੀ, ਹੁਣ ਭੁੱਲ ਗਿਆ। ਤੁਸੀਂ ਇਸ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈਗਾ ਉਹਨੂੰ ਵੀ ਤੁਸੀਂ ਮਹਿਸੂਸ ਕੀਤਾ ਕਿ ਇਹਦੇ ਵਿੱਚ ਗੁਰੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ? ਇਹ ਜਿਹੜਾ ਕਲਾਮ ਆਪਾਂ ਜਿਹੜਾ ਸ਼ਬਦ ਗਾਇਆ ਜੀ, ਇਹ ਥੋੜਾ ਜਿਹਾ ਮਰਗ ਵੱਲ ਜਾ ਰਿਹਾ ਜੀ, ਵੀ ਜਿੱਦਾਂ ਆਪਾਂ ਕਿਸੇ ਉਦਾਸੀ ਦਾ। ਹਾਂਜੀ, ਉਦਾਸੀ ਦਾ। ਮਤਲਬ ਇਹਨੂੰ ਬਹੁਤ ਘੱਟ ਗਾਉਣੀ ਮੈਂ। ਕੋਈ ਵੀ ਮੈਨੂੰ ਇੰਟਰਵਿਊ ਪੁੱਛਦਾ, ਮੈਂ ਸਿਰਫ ਦੱਸਦੀ ਆ ਕਿਉਂਕਿ ਉਹ ਚੀਜ਼ਾਂ, ਉਹ ਪਹਿਰਾਵੇ, ਉਹ ਅੱਗੇ ਆ ਜਾਂਦੇ ਆ। ਮੈਂ ਇਸ ਲਈ ਮੈਂ ਜਿੱਥੇ ਗਾਉਣੀ ਮੈਂ 2 ਲਾਈਨ ਹੀ ਗਾਉਣੀ ਨਹੀਂ ਬਸ। ਅੱਛਾ ਜੀ, ਅੱਛਾ ਜੀ। ਦੇਖੋ ਜੀ, ਦੇਖੋ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਹਿੱਸਾ ਹੈਗੇ ਆ, ਖੁਸ਼ੀਆਂ ਵੀ ਹੈਗੀਆਂ, ਗਮ ਵੀ ਹੈਗੇ ਆ। ਔਰ ਗੁਰੂ ਸਾਹਿਬ ਜੀ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਅਸੀਂ, ਸਾਡੀ ਆਤਮਾ ਸਾਨੂੰ ਛੱਡ ਕੇ ਚਲ ਜਾਂਦੀ ਆ, ਅਸੀਂ ਉਸ ਧਰਤੀ ਵਿੱਚ ਸਮਾ ਜਾਂਦੇ ਆ ਜਿੱਥੋਂ ਅਸੀਂ, ਹਵਾ ਦੇ ਨਾਲ ਹਵਾ ਰਲ ਜਾਂਦੀ ਆ, ਮਿੱਟੀ ਦਾ ਮਿੱਟੀ ਰਲ ਜਾਂਦੀ ਆ। ਤੇ ਤੁਸੀਂ ਹੁਣ ਤੱਕ ਦੱਸੋ ਕਿ ਤੁਸੀਂ ਕਿੰਨੇ ਕੁ ਮੁਲਕਾਂ ਦਾ ਤੁਸੀਂ ਸਫ਼ਰ ਕਰ ਚੁੱਕੇ ਆ ਜਾਂ ਕੋਈ? ਤੁਹਾਡੀਆਂ ਦੁਆਵਾਂ ਜੀ। ਜੀ। ਅਮਰੀਕਾ, ਕੈਨੇਡਾ, ਇੰਗਲੈਂਡ, ਫਿਰ ਕੀ ਕਹਿੰਦੇ ਹੁੰਦੇ ਆਪਣਾ ਮਲੇਸ਼ੀਆ, ਹੋਰ ਕਾਫੀ। ਅੱਛਾ ਜੀ। ਹਾਂਜੀ, ਸਭ ਕਿਤੇ ਜਾ। ਪ੍ਰਿਯੰਕਾ ਤੁਸੀਂ? ਹਾਂਜੀ, with the, you know, their focus specialism in Sufi and Qawwali and fusion music, I want to know the inspiration. Especially they mentioned in the beginning ਕਿ ਉਹਨਾਂ ਨੂੰ ਆਪਣੀ ਮਦਰ ਤੋਂ, ਆਪਣੇ ਡੈਡੀ ਤੋਂ ਬਹੁਤ ਇਨਸਪੀਰੇਸ਼ਨ ਮਿਲੀ ਸੀਗੀ, because their mom used to be a very good singer. She has like a singing soul in the music. ਜਿੱਥੋਂ ਤੱਕ ਸਿੱਖਿਆ ਜੀ ਸਾਡੇ ਫਾਦਰ ਸਾਹਿਬ ਨੇ ਸਾਨੂੰ ਸਿਖਾਇਆ। ਹਾਂਜੀ ਹਾਂਜੀ। ਤੇ ਅਸੀਂ ਇਹ ਨਹੀਂ ਕਹਿੰਦੇ ਕਿ ਸਿੱਖ ਗਏ ਆ, ਸਿੱਖ ਰਹੇ ਆ ਜੀ। ਔਰ ਇਹ ਅਲੱਗ ਥੋੜੀ ਇੱਕ ਹੋਰ ਗੱਲ ਹੈ ਕਿ ਹਰ ਜਗ੍ਹਾ ਤੋਂ, ਹਰ ਨਵੀਂ ਜਗ੍ਹਾ ਤੋਂ ਜਾ ਕੇ ਨਵੀਂ ਸਿੱਖਿਆ ਹੀ ਸਾਨੂੰ ਮਿਲਦੀ ਹੈ ਜੀ ਹਜੇ ਵੀ। ਹਾਂਜੀ। ਅੱਜ ਤੱਕ I want to know ਤੁਹਾਡੀ ਕਿਹੜੀ ਵੱਡੀ ਲਾਈਫ ਲੈਸਨ ਮਿਲਿਆ? ਦੇਖੋ ਜੀ, ਜਿਹਦੇ ਵਿੱਚ ਤੁਹਾਨੂੰ ਕੋਈ, ਮੇਰਾ ਮਤਲਬ ਇਹਨਾਂ ਦਾ ਕਹਿਣ ਦਾ, ਜਿੱਥੋਂ ਤੁਹਾਨੂੰ ਇੱਕ ਖਾਸ ਤੁਹਾਡੇ ਵਿੱਚ ਪਰਿਵਰਤਨ ਤੁਹਾਨੂੰ ਮਹਿਸੂਸ ਹੋਇਆ? ਹਾਂਜੀ, ਬਸ ਜੀ ਇਹੀ ਹੈ ਕਿ ਜਦੋਂ ਸਾਨੂੰ ਇਹ ਕੋਈ ਪੁੱਛਦਾ ਹੈ ਕਿ ਕਿੱਦਾਂ ਲਾਈਫ ਸੀ ਤੁਹਾਡੀ, ਤੇ ਮੈਂ ਥੋੜਾ ਮੀਨਿੰਗ ਸਮਝ ਗਈ ਹਾਂ ਤੁਸੀਂ ਕੀ ਕਹਿ ਰਹੇ। ਬੜੀ ਨਾਜ਼ੁਕ ਲਾਈਫ ਸੀ ਜੀ, ਗੁਜ਼ਰੀ ਸਾਡੀ ਜੀ। ਬੜੀ
ਗਰੀਬੀ ਚੋਂ ਨਿਕਲੇ ਜੀ ਅਸੀਂ। ਮੈਨੂੰ ਹਾਂ ਤੇ ਉਦੋਂ ਸਾਡੇ ਕੋਲ ਸਿਰਫ ਕਾਨਿਆਂ ਦੀ ਛੱਤ ਹੁੰਦੀ ਸੀ। ਉਸ ਛੱਤ ਦੇ ਵਿੱਚ ਜਿਹੜੇ ਅੱਜ ਸਾਡੇ ਸਟਾਰ ਬ੍ਰਦਰ ਹੈ ਜੀ, ਤੇ ਮਿਲਿਆ ਸੀ ਘਰ ਹੀ। ਤੇ ਬੜਾ ਨਾਜ਼ੁਕ ਜਿਹਾ ਸਮਾਂ ਗੁਜ਼ਰਿਆ, ਉਸ ਸਮੇਂ ਨੂੰ ਨਹੀਂ ਭੁੱਲਦੇ ਜੀ ਅਸੀਂ। ਬਾਕੀ ਸਾਡੇ ਘਰ ਜੱਦੀ ਪੁਸ਼ਤੀ ਜਗ੍ਹਾ ਹੈ ਜੀ ਮਹਾਰਾਜ ਦੀ, 11ਵੀਂ ਵਾਲੀ ਸਰਕਾਰ ਜੀ ਦੀ। ਔਰ ਮੈਂ ਉਹਨਾਂ ਦਾ ਹਰ ਸਾਲ ਬੜਾ ਵੱਡਾ ਉਤਸਵ ਮਨਾਈਦਾ ਜੀ। ਜੀ ਤੇ ਉਹਨਾਂ ਪੁਰਖਿਆਂ ਨੂੰ ਯਾਦ ਕਰਨਾ ਚਾਹੀਦਾ, ਉਹਨਾਂ ਪੁਰਖਿਆਂ ਨੂੰ ਹਰ ਸਾਲ ਵਿਆਹ ਕਰੀਦਾ ਜੀ ਉਹਨਾਂ ਦਾ, ਜਿਨ੍ਹਾਂ ਦਾ ਆਸ਼ੀਰਵਾਦ ਤੁਹਾਡੇ ਹਮੇਸ਼ਾ ਸਿਰ ਦੇ ਉੱਤੇ ਹੁੰਦਾ। ਮੈਂ ਦਰਸ਼ਕਾਂ ਨੂੰ ਦੱਸਦਾ ਕਿ ਇੱਕ ਲੇਖਕ ਦੀ ਮੈਨੂੰ ਬਸ ਜੀ ਉਹਨਾਂ ਦਾ ਲੜ ਨਹੀਂ ਛੱਡਿਆ, ਬਾਕੀ ਆਪਣਾ ਪਿਛਲਾ ਸਮਾਂ ਨਹੀਂ ਭੁੱਲੇ। ਵਾਹ, ਮੇਰੇ ਖਿਆਲ ਦੇ ਵਿੱਚ ਜਿਹੜਾ ਆਪਣਾ ਪਿਛੋਕੜ ਨਹੀਂ ਭੁੱਲਦਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈਗਾ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਮਾਂ ਬਹੁਤ ਛੇਤੀ ਬਦਲ ਜਾਂਦਾ ਹੈ। ਸਾਨੂੰ ਕੋਈ ਵੀ ਪੁੱਛਦਾ ਸੀ ਸ਼ਾਰਟ ਦੱਸ ਦੇ, ਕਹਿ ਦਿੰਦੇ ਚਲੋ ਕੋਈ ਨਹੀਂ ਮੂਵ ਆਨ, ਗਾਹਾਂ ਚਲੋ, ਅੱਗੇ ਚਲੋ। ਨਹੀਂ, ਬਿਲਕੁਲ ਤੁਹਾਡੀ ਗੱਲ ਸਹੀ ਆ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਹੁਣ ਉਸ ਸਮੇਂ ਨੂੰ, ਮੇਰੇ ਖਿਆਲ ਬਹੁਤ ਸਾਰੇ ਦਰਸ਼ਕਾਂ ਨੂੰ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੇ ਸਾਨੂੰ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ, ਕਿਉਂਕਿ ਅੱਜ ਕੱਲ੍ਹ ਅਸੀਂ ਗੱਲ ਕਰਦੇ ਸੀ ਕਿ ਜਿਹੜੀ ਟੈਕਨੋਲੋਜੀ ਹੈ ਉਹ ਇੰਨੀ ਵਾਬਸਤਾ ਹੋ ਗਈ ਸਾਡੀ ਲਾਈਫ ਉਹਦੇ ਨਾਲ ਕਿ ਤੁਹਾਡਾ ਹਰੇਕ ਚੀਜ਼ਾਂ ਦੀ ਇੰਟਰਨੈਟ ਦੇ ਉੱਤੇ ਅਸੀਂ ਪੜ੍ਹ ਸਕਦੇ ਹਾਂ। ਇਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ, ਇਹ ਭੈਣਾਂ ਕਿਵੇਂ ਆਪਣੇ ਵਿਹੜੇ ਵਿੱਚ ਬੈਠ ਕੇ ਕਿੱਦਾਂ ਰਿਆਜ਼ ਕਰਦੀਆਂ ਸੀ, ਕਿੱਦਾਂ ਸਿੱਖਦੀਆਂ ਸੀ, ਉਹ ਸਾਰਾ ਕੁਝ ਅੱਜ ਕੱਲ੍ਹ ਇੰਟਰਨੈਟ ਦੇ ਉੱਤੇ, YouTube ਦੇ ਉੱਤੇ ਪਿਆ ਸਾਰਾ ਕੁਝ। ਮੈਂ ਸੁਲਤਾਨਾ ਜੀ ਤੁਹਾਨੂੰ ਪੁੱਛਣਾ ਚਾਹਾਂ ਕਿ ਹੁਣ ਵੀ ਜਦੋਂ ਤੁਸੀਂ ਆਪਣੀ ਪਿਛਲੀ ਜ਼ਿੰਦਗੀ ਵੱਲ ਝਾਤ ਮਾਰਦੇ ਹੋ, ਤੁਹਾਨੂੰ ਕਿਤੇ ਲੱਗਦਾ ਕਿ ਆਹ ਬੱਚਾ ਹੈਗਾ ਕਿ ਇਹ ਕਲਾਕਾਰ ਬਣ ਸਕਦਾ ਆ? ਤੁਹਾਨੂੰ ਇਹੋ ਜਿਹੇ ਬੱਚਿਆਂ ਨੂੰ ਵੀ ਜਾ ਕੇ ਮਿਲਣ ਦਾ ਕਦੇ ਮੌਕਾ ਮਿਲਦਾ? ਬਿਲਕੁਲ ਜੀ, ਅਸੀਂ ਜਾਣਦੇ ਹੁੰਦੇ ਜਿੱਦਾਂ ਆਪਣੇ ਇੰਡੀਆ ਦੇ ਵਿੱਚ PTC ਪੰਜਾਬੀ ਜਿਹੜੇ ਉੱਥੇ ਵੌਇਸ ਆਫ ਪੰਜਾਬ 'ਚ ਛੋਟੇ ਜਿਹੜੇ ਕੀ ਕਹਿੰਦੇ ਛੋਟਾ ਚੈਂਪ, ਉਹ ਅਸੀਂ ਹੁਣ ਜਾ ਕੇ ਵੀ ਮੇਰੇ ਖਿਆਲ ਕਰਨਾ ਸ਼ੋਅ ਉੱਥੇ। ਤੇ ਸਾਡਾ ਪਹਿਲਾਂ ਵੀ ਮੇਰੇ ਖਿਆਲ 45-50 ਮਿੰਟ ਦੀ ਸਾਡੀ ਉੱਥੇ ਪਰਫਾਰਮੈਂਸ ਸੀਗੀ। ਅੱਛਾ ਜੀ। ਤੇ ਅਸੀਂ ਬੱਚਿਆਂ ਨੂੰ ਸੁਣਨ ਗਏ ਸੀ ਐਜ਼ ਏ ਗੈਸਟ। ਤੇ ਜਦੋਂ ਅਸੀਂ ਗਏ ਤੇ ਉੱਥੇ ਬੱਚਿਆਂ ਨੂੰ ਅਸੀਂ ਸੁਣਿਆ, ਕਈ ਬੱਚੇ ਵਧੀਆ ਸੀ ਤੇ ਕਈ ਬੱਚੇ ਜਿੱਦਾਂ ਬਾਕੀ ਕਹਿੰਦੇ ਹੁੰਦੇ ਨਾ, ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ। ਬਾਕੀ ਗੁਰੂ ਦੀ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ। ਜੀ ਜੀ। ਔਰ ਮੈਂ ਜਿੱਦਾਂ ਹੁਣ ਦੇਖਦਾ ਕਿ ਤੁਸੀਂ ਸੂਫੀਆਨਾ ਬਹੁਤ ਗਾਇਆ ਔਰ ਬਹੁਤ ਸਾਰੇ ਕੁਛ, ਮੈਂ ਜੇ ਹੰਸਰਾਜ ਦੀ ਗੱਲ ਕਰਾਂ, ਉਹਨਾਂ ਨੇ ਬੜੇ ਪਿਆਰੇ ਸ਼ਬਦ ਕੀਤੇ ਆ। ਉਹਨੇ ਸ਼ਬਦੀ ਐਲਬਮ ਸੀ, ਤਾਂ ਗੁਰਦਾਸ ਮਾਨ ਜੀ ਨੇ ਹਾਲੇ ਕੋਈ ਸ਼ਬਦਾਂ ਦੀ ਐਲਬਮ ਨਹੀਂ ਕੀਤੀ। ਬਹੁਤ ਸਾਰੇ ਜਿਹੜੇ ਹੋਰ ਸਾਡੇ ਪੰਜਾਬੀ ਗਾਇਕ ਆ, ਉਹਨਾਂ ਨੇ ਧਾਰਮਿਕ ਗੀਤ ਗਾਏ ਆ। ਤੁਹਾਡਾ ਵੀ ਕੋਈ ਧਾਰਮਿਕ ਐਲਬਮ ਕਰਨ ਦਾ ਇਰਾਦਾ ਹੈ ਤੁਹਾਡਾ ਕੋਈ? ਹਾਂਜੀ ਆਈ ਹੈ ਜੀ, ਪਹਿਲਾਂ ਵੀ ਕੀਤੀ ਜੀ ਅਸੀਂ। ਹਾਂਜੀ, ਗੁਰੂ ਰਵਿਦਾਸ ਮਹਾਰਾਜ ਦੀ ਕੀਤੀ ਸੀ ਜੀ, ਵਾਲਮੀਕ ਮਹਾਰਾਜ ਜੀ ਦੇ ਪਹਿਲਾਂ ਵੀ ਕੀਤੇ। ਇਦਾਂ ਦਾ ਕੋਈ ਨਹੀਂ, ਆਪਾਂ ਇੱਕੇ ਪਾਸੇ ਨਹੀਂ ਹੈ। ਹਾਂਜੀ ਹਾਂਜੀ, ਸੂਫੀ ਵੀ ਕਰਦੇ ਆ, ਜਾਗਰਣ ਵੀ ਕਰੀਦੇ ਆ ਜੀ। ਜੀ। ਤੇ ਜਿੱਦਾਂ ਦੇ ਵੀ ਮਹਾਰਾਜ ਦਾ ਨਾਮ ਲਈਦਾ, ਜਿੱਦਾਂ ਅਸੀਂ ਗੱਲ ਕਰਦੇ ਆ, ਸਾਰੇ ਪ੍ਰੋਗਰਾਮ ਕਰੀਦੇ ਆ। ਜਿੱਦਾਂ ਅਸੀਂ ਗੱਲ ਕਰਦੇ ਆ, ਗੁਰਬਾਣੀ ਦੀ ਗੱਲ ਕਰਦੇ ਆ, ਜਿਹੜੀ ਗੁਰਬਾਣੀ ਉਹ ਹੈ ਹੀ ਕਵਿਤਾ ਆ। ਹਾਂਜੀ। ਜਿਹੜਾ ਗੁਰੂ ਗ੍ਰੰਥ ਸਾਹਿਬ ਜਾਂ ਗੁਰਬਾਣੀ ਆ, ਗੁਰੂਆਂ ਨੇ ਜਿਹੜੀ ਉਹਨਾਂ ਨੂੰ ਇੰਨੀ ਉਹਦੇ ਵਿੱਚ ਰਿਦਮ ਆ, ਰਾਗ ਆ, ਤੁਹਾਨੂੰ ਪਤਾ ਕਿ ਤੁਸੀਂ ਤੁਹਾਨੂੰ ਜ਼ਿਆਦਾ ਤੁਹਾਨੂੰ ਸਮਝ ਹੈਗੀ ਆ। ਇੱਕ ਵੀ ਕੈਸਟ ਆਈ ਸੀ ਜਾਗ ਸਿੱਖੀਏ। ਅੱਛਾ ਜੀ। ਉਸ ਕੈਸਟ ਦੇ ਵਿੱਚ ਮੇਰੀ ਸਿਸਟਰ ਨੇ, ਮੈਂ ਉਦੋਂ 5 ਸਾਲ ਦੀ ਸੀਗੀ। ਅੱਛਾ ਜੀ, ਬਹੁਤ ਛੋਟੇ ਸੀਗੇ। ਤੇ ਫਾਦਰ ਸਾਹਿਬ ਨੇ ਵੀ ਗਾਇਆ ਸੀਗਾ, ਮਿਊਜ਼ਿਕ ਉਹਨਾਂ ਦਾ ਸੀ। ਬਾਕੀ ਸਾਰੇ ਸਿੰਗਰ ਜਿੰਨੇ ਵੀ ਆਪਣੇ ਪੰਜਾਬ ਦੇ ਆ, ਹੰਸ ਜੀ ਵੀ ਸੀ ਉਹਦੇ ਚ, ਸਰਦੂਲ ਨੂਰੀ ਜੀ। ਅੱਛਾ ਜੀ। ਤੇ ਮੇਰੇ ਖਿਆਲ ਤੁਸੀਂ ਜਾਣਦੇ ਹੋਵੋਗੇ ਜੌਲ ਵਿਧੀਪੁਰੀ ਜੀ। ਹਾਂਜੀ, ਉਹਨਾਂ ਦਾ ਸਾਰਾ ਮੈਟਰ ਲਿਖਿਆ ਸੀ। ਅੱਛਾ ਜੀ। ਉਹਨੇ ਬਹੁਤ ਸੋਹਣੇ ਉਹਨੇ ਗੀਤ ਉਹਨੇ ਕੰਪੋਜ਼ ਪਾਪਾ ਦੇ ਸੀ ਸਾਰੇ, ਤੇ ਮਿਊਜ਼ਿਕ ਵੀ ਪਾਪਾ ਦੇ ਸੀ। ਉਹਨਾਂ ਦਾ ਜਿਹੜਾ ਪੱਤਾ ਸਿੰਘਾਂ ਦਾ ਸ਼ਾਇਦ ਉਹਨਾਂ ਦਾ ਗੀਤ ਸੀਗਾ ਲਿਖਿਆ, ਹੈ ਨਾ। ਤੇ ਹੁਣ ਤੁਸੀਂ ਆਏ ਆ, ਹੁਣ ਇੱਕ ਨਵੀਂ ਦੁਨੀਆ ਵਿੱਚ ਤੁਸੀਂ ਬੜੇ ਲੰਮੇ ਸਮੇਂ ਤੋਂ ਪ੍ਰਵੇਸ਼ ਕਰ ਚੁੱਕੇ ਆ ਕਿ ਤੁਹਾਨੂੰ ਪਿਛਲਾ, ਚਲੋ ਤੁਸੀਂ ਕਿਹਾ ਯਾਦ ਤਾਂ ਨਹੀਂ ਭੁੱਲਦਾ ਹੈਗਾ, ਪਰ ਹੁਣ ਤੁਹਾਡਾ ਜਿਹੜਾ, ਦੇਖੋ ਕੋਈ ਵੀ ਰਾਈਟਰ ਹੈਗਾ ਜਾਂ ਕੋਈ ਲੇਖਕ ਹੈਗਾ ਆ ਜਾਂ ਕੋਈ ਕਲਾਕਾਰ ਹੈਗਾ, ਉਹਨਾਂ ਦਾ ਇੱਕ ਨਿਸ਼ਾਨਾ ਹੁੰਦਾ ਕਿ ਜੀ ਮੈਂ ਇਸ ਜਗ੍ਹਾ 'ਤੇ ਪਹੁੰਚਣਾ ਚਾਹੁੰਦਾ ਆ। ਤੁਹਾਡਾ ਕੀ ਨਿਸ਼ਾਨਾ ਹੈਗਾ ਸੁਲਤਾਨਾ ਜੀ? ਬਸ ਜੀ, ਮੈਂ ਤਾਂ ਦੋਵਾਂ ਦੀ ਗੱਲ ਦੱਸੂੰਗੀ। ਜੋ ਅਸੀਂ ਸੁਪਨੇ ਲਏ ਸੀ ਉਹ ਰੱਬ ਨੇ ਪੂਰੇ ਕੀਤੇ ਆ ਜੀ। ਤੁਹਾਡੀ ਦੁਆਵਾਂ ਦੇ ਨਾਲ, ਤੁਹਾਡੀਆਂ ਦੇ ਨਾਲ, ਮਾਲਿਕ ਦੀ ਮਿਹਰ ਦੇ ਨਾਲ ਪਹਿਲਾਂ ਹੀ ਹੈਡ ਬੰਦਿਆਂ ਨੂੰ ਮਿਲ ਚੁੱਕੇ ਆ ਜੀ। ਜੀ। ਤੇ ਪਹਿਲਾਂ ਹੀ ਰੱਬ ਬੰਦਿਆਂ ਨਾਲ ਕੰਮ ਕਰ ਚੁੱਕੇ ਆ। AR ਰਹਿਮਾਨ ਜੀ ਦੇ ਨਾਲ, ਅਨੂ ਮਲਿਕ ਜੀ, ਵਿਸ਼ਾਲ ਸ਼ੇਖਰ ਜੀ ਔਰ ਸ਼ੰਕਰ ਮਹਾਦੇਵ ਜੀ, ਇਹਨਾਂ ਨਾਲ ਕੰਮ ਕਰ ਚੁੱਕੇ ਆ। ਹੋਰ ਵੀ ਮਾਲਿਕ ਚਾਹਵੇ ਤੇ ਤੁਹਾਡਾ ਜਿਹੜਾ ਹੁਣ ਜਿਹੜਾ ਮੇਨ ਤੁਹਾਡਾ ਮੁੱਖ ਖੇਤਰ ਤੁਹਾਡਾ ਸੂਫੀਆਨਾ ਹੈਗਾ ਆ, ਤੁਸੀਂ ਜੋ ਇਸ ਵੇਲੇ ਪੰਜਾਬ ਦੀ ਹਾਲਾਤ ਹੈਗੇ ਆ, ਕਿਉਂਕਿ ਜਦੋਂ ਕੋਈ ਵੀ ਨਾਗਰਿਕ ਹੈਗਾ ਕਿਸੇ ਦੇਸ਼ ਦਾ, ਉਹ ਸਮਾਜ ਤੋਂ ਬਾਹਰ ਨਹੀਂ ਹੋ ਕੇ ਰਹਿ ਸਕਦਾ ਹੈਗਾ। ਤੁਸੀਂ ਕੀ ਸੋਚਦੇ ਆ ਕਿ ਜਿਹੜਾ ਸੂਫੀਇਜ਼ਮ ਹੈਗਾ ਆ ਜਾਂ ਸੂਫੀਵਾਦ ਹੈਗਾ, ਉਹਦਾ ਪੰਜਾਬ ਦੇ ਵਿੱਚ ਇਸ ਵੇਲੇ ਕਿੰਨਾ ਕੁ ਪ੍ਰਭਾਵ ਹੈਗਾ ਆ? ਕੀ ਲੋਕੀ ਵਾਕਈ ਧਾਰਮਿਕ ਖਿਆਲਾਂ ਦੇ ਜ਼ਿਆਦਾ ਹੈਗੇ ਆ ਕਿ ਜਾਂ ਉਹ ਧਰਮ ਤੋਂ ਦੂਰ ਜਾ ਰਹੇ ਹੈਗੇ ਆ?
ਨਹੀਂ ਹੈਗੇ ਨੇ, ਹੂੰ ਕਾਫੀ ਲੋਕ ਨੇ ਜੀ ਇੰਡੀਆ ਦੇ ਵਿੱਚ ਜਿਹੜੇ ਬਹੁਤ ਅਮਲ ਦੇ ਨਾਲ ਔਰ ਬਹੁਤ ਧਿਆਨ ਦੇ ਨਾਲ ਸੁਣਦੇ ਨੇ ਹੂੰ ਇਹ ਚੀਜ਼ਾਂ, ਜੀ ਔਰ ਇੰਨਾ ਜ਼ਰੂਰ ਹੈ ਕਿ ਉਹ ਸੂਫੀ ਦੀ ਇੱਜ਼ਤ ਕਰਦੇ ਨੇ। ਜੀ। ਤੇ ਅੱਛਾ, ਤੁਸੀਂ ਹੁਣ ਆਪਣੇ ਮਾਤਾ ਜੀ ਦੀ ਗੱਲ ਕੀਤੀ ਹੈ, ਮਦਰ ਜੀ ਦੀ ਗੱਲ ਕੀਤੀ ਹੈ, ਨੂਰਾ ਜੀ ਦੀ ਗੱਲ ਕੀਤੀ ਹੈ, ਉਹਦੇ ਵਿੱਚ ਅਸੀਂ ਜਦੋਂ ਗੱਲ ਕਰਦੇ ਆ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਸ਼ਮਸ਼ਾਦ ਬੇਗਮ ਦੀ ਅਸੀਂ ਗੱਲ ਕਰਦੇ ਹੈਗੇ ਆ, ਔਰ ਸ਼ਿਵ ਕੁਮਾਰ ਨੇ ਬਹੁਤ ਬਹੁਤ ਸੋਹਣੀ ਪੋਇਟਰੀ ਲਿਖੀ ਹੈ, ਵਾਸਤਾ ਹੀ ਮੇਰਾ ਮੇਰੇ ਦਿਲਾਂ ਦੇ ਮਹਿਰਮਾਂ ਵੇ ਫੁੱਲੀਆਂ ਕਨੇਰਾ ਘਰ ਆ। ਕੋਈ ਇਹੋ ਜਿਹਾ ਵੀ ਤੁਸੀਂ ਸੰਗੀਤ ਦੇ ਵੱਲ ਧਿਆਨ ਦੇ ਰਹੇ ਆ ਕਿ ਸਿਰਫ ਤੁਸੀਂ ਸੂਫੀਜ਼ਮ ਦੇ ਉੱਤੇ ਹੀ ਫੋਕਸ ਕਰਨਾ ਚਾਹੁੰਦੇ ਆ? ਨਹੀਂ, ਸੂਫੀਜ਼ਮ ਵੀ ਹੈ ਜਾਂ ਤੁਸੀਂ ਇਹਨਾਂ ਦੇ ਲਾ ਲਓ ਆਪਣੇ ਸ਼ਿਵ ਕੁਮਾਰ ਬਟਾਲਵੀ। ਹਾਂਜੀ, ਇਹਨਾਂ ਦਾ ਸੀਗਾ ਇੱਕ ਜਾਚ ਮੈਨੂੰ ਆ ਗਈ, ਗਮ ਖਾਨ। ਹਾਂ, ਉਦੋਂ ਛੋਟੇ ਛੋਟੇ ਹੁੰਦੇ ਗਾਉਂਦੇ ਹੁੰਦੇ ਸੀਗੇ ਜੀ। ਇੱਕ ਇਹਨਾਂ ਦਾ ਹੋਰ Song ਸੀਗਾ, ਫਿਰ ਅਸੀਂ 2 ਕੀਤੇ ਸੀਗੇ ਉਦੋਂ। ਮਤਲਬ ਇਦਾਂ ਨਹੀਂ ਕਿ ਜਦੋਂ ਰਿਆਜ਼ ਕਰੀਦਾ ਉਦੋਂ ਗਾਈਦਾ ਇਦਾਂ, ਮੇਰਾ ਮਤਲਬ ਜਦੋਂ ਤੁਸੀਂ ਹੈ ਉਦਾਂ ਸੂਫੀ ਹੈ। ਹੈ ਇਹ ਵੀ ਗਾਣੇ ਕਲਾਮ ਮਾੜੇ ਨਹੀਂ, ਕਲਾਮ ਹੈ, ਗਜ਼ਲਸ ਹੈ। ਠੀਕ ਹੈ, ਇਹ ਚੀਜ਼ਾਂ ਚੰਗੀਆਂ ਨੇ। ਪਰ ਮੈਂ ਇਦਾਂ ਹੁਣ ਜਿੱਦਾਂ ਮੈਂ ਬੈਠਾ, ਤੁਸੀਂ ਸਟੇਜ ਤੇ ਸਿਰ ਪਰਫਾਰਮ ਕਰ ਰਹੇ ਆ ਤੇ ਮੈਂ ਛੋਟਾ ਜਿਹਾ ਦਰਸ਼ਕ ਇੱਕ ਆਪਣੀ ਪਿੱਛੇ ਕੁਰਸੀ ਤੇ ਬੈਠਾ, ਮੈਂ ਸੋਚ ਰਿਹਾ ਹੈਗਾ ਕਿ ਮੈਨੂੰ ਆਹ ਰੰਗ ਵੀ ਥੋੜਾ ਚਾਹੀਦਾ ਹੈਗਾ। ਤੁਸੀਂ ਇਹ ਵੀ ਮਹਿਸੂਸ ਕਰਦੇ ਆ ਕਿ ਪੰਜਾਬੀ ਜਿਹੜੀ ਬੜੀ ਖੂਬਸੂਰਤ ਜ਼ੁਬਾਨ ਹੈਗੀ ਆ, ਸਾਨੂੰ ਬੜਾ ਮਾਣ ਹੈ ਸਾਡੀ ਪੰਜਾਬੀ ਤੇ। ਸਾਡੇ ਜਿੰਨੇ ਵੀ ਦਰਸ਼ਕ ਇੱਥੇ ਬੈਠੇ ਨੇ ਸਾਨੂੰ ਪੰਜਾਬੀ ਦੇ ਕਰਕੇ ਸਾਨੂੰ ਜਾਣਦੇ ਨੇ। ਤੁਸੀਂ ਪੰਜਾਬੀ ਗਾਉਂਦੇ ਹੋ, ਪੰਜਾਬੀ ਵਿੱਚ ਹੀ ਤੁਸੀਂ ਲਿਖਦੇ ਪੜ੍ਹਦੇ ਵਰਤਦੇ ਹੋ। ਆਪਣੀ ਮਾਂ ਬੋਲੀ ਹੈ, ਮਾਂ ਬੋਲੀ ਸਾਡੀ ਪੰਜਾਬੀ ਹੈਗਾ। ਮਾਂ ਬੋਲੀ ਉੱਤੇ ਵੀ ਤੁਸੀਂ ਕਿਉਂ ਗੀਤ ਗਾਇਆ ਜਾਂ ਸੋਚਿਆ ਤੁਸੀਂ ਉਹਦੇ ਬਾਰੇ? ਨਹੀਂ ਗਾਇਆ ਜੀ, ਜਾ ਕੇ ਰਿਲੀਜ਼ ਕਰਨਾ ਹੁਣ ਅਸੀਂ ਜਦ ਗਾਇਆ ਹੋਇਆ। ਕਿਉਂਕਿ ਸਾਡੇ ਜਿਹੜੇ ਪੰਜਾਬੀ ਆ, ਮੈਂ ਮਹਿਸੂਸ ਕਰਦੇ ਆ, ਅਸੀਂ ਇੱਥੇ ਬੈਠੇ ਬਰਤਾਨੀਆ ਵਿੱਚ ਅਸੀਂ ਬੜੀ ਕੋਸ਼ਿਸ਼ ਕਰਦੇ ਆ, ਬੜੀ ਜਦੋਜਹਿਦ ਕਰਦੇ ਹੈਗੇ ਆ। ਇੱਥੇ ਅਸੀਂ ਮੁਹਿੰਮ ਚਲਾਈ ਆ, ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੋਣਾ ਕਿ BBC ਦੁਨੀਆ ਦੀ ਬਹੁਤ ਵੱਡੀ ਇੱਕ ਆਰਗੇਨਾਈਜੇਸ਼ਨ ਹੈਗੀ ਆ, ਜਿਹਦੇ ਉੱਤੇ ਬਰਮੀ, ਨੇਪਾਲੀ, ਉਹਨਾਂ ਕੋਲ ਕਾਫੀ ਵਾਰੀ ਆ ਚੁੱਕੇ ਆ ਜੀ ਤੇ ਸਾਨੂੰ ਬੜਾ ਵਧੀਆ ਲੱਗਦਾ ਜੀ। ਹਾਂ, ਜਿਸ ਗੱਲ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਸੀ, ਜਿਹੜਾ ਉਹਨਾਂ ਦਾ ਵੈਬਸਾਈਟ ਹੈ ਉੱਤੇ ਨੇਪਾਲੀ ਵੀ ਆ, ਪਸ਼ਤੋ ਵੀ ਆ, ਬਰਮੀ ਵੀ ਆ, ਬੰਗਾਲੀ ਵੀ ਆ, ਹੋਰ ਜਿਹੜੀਆਂ ਜ਼ਬਾਨਾਂ ਹੈਗੀਆਂ, ਉੱਥੇ ਪੰਜਾਬੀ ਭਾਸ਼ਾ ਹੈ ਨਹੀਂ ਸਾਡੀ। ਹਾਂਜੀ, ਉਹਦੇ ਲਈ ਅਸੀਂ ਕੈਂਪੇਨ ਸ਼ੁਰੂ ਕੀਤੀ ਸੀ ਔਰ BBC ਵਾਲੇ ਜਿਹੜੇ ਅਗਲੇ ਮਹੀਨੇ ਮੇਰੇ ਖਿਆਲ ਉਹ ਇਸ ਪੰਜਾਬੀ ਨੂੰ ਵੀ ਉਹ 'ਤੇ ਲਾਗੂ ਕਰਨਾ ਚਾਹੁੰਦੇ ਆ। ਤੁਸੀਂ ਪੰਜਾਬ ਦੇ ਵਿੱਚ ਕੀ ਦੇਖਦੇ ਆ ਕਿ ਪੰਜਾਬੀ ਦਾ ਪ੍ਰਭਾਵ, ਜਿਹੜੇ ਪੰਜਾਬੀ ਤੋਂ ਲੋਕ ਪੰਜਾਬੀ ਜ਼ਿਆਦਾ ਬੋਲ ਕੇ ਖੁਸ਼ ਹੁੰਦੇ ਆ ਕਿ ਅੰਗਰੇਜ਼ੀ ਬੋਲ ਕੇ ਜ਼ਿਆਦਾ ਖੁਸ਼ ਹੁੰਦੇ ਆ ਤੁਹਾਡੇ ਨਾਲ? ਕੰਮ ਤਾਂ ਭਾਸ਼ਾ ਤਾਂ ਦੋਵੇਂ ਵਧੀਆ ਜੀ। ਹਾਂਜੀ। ਤੇ ਬਟ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਸਾਡੇ ਨਾਲ ਤਾਂ ਪੰਜਾਬੀ ਅੱਜ ਤੱਕ ਬੋਲਿਆ, ਇੰਗਲਿਸ਼ ਘੱਟ ਹੀ ਬੋਲਦੇ ਜੀ। ਅੱਛਾ ਜੀ। ਤੇ ਉਹਨਾਂ ਨੂੰ ਪੰਜਾਬੀ ਵੀ ਵੈਸੇ ਬੋਲ ਕੇ ਬਹੁਤ ਚੰਗਾ ਲੱਗਦਾ ਹੈ। ਜਿਹੜੇ ਤਾਂ ਸਿਆਣੇ ਆ, ਜਿਨ੍ਹਾਂ ਨੂੰ ਪਤਾ, ਉਹ ਕਹਿੰਦੇ ਵੀ ਆਪਣੀ ਮਾਂ ਬੋਲੀ ਨਾ ਕਦੀ ਵੀ ਭੁੱਲੋ। ਤੇ ਬਾਕੀ ਪੜ੍ਹਾਈ ਤਾਂ ਬਾਕੀ ਜਿਹੜੀ ਹੈ ਸਬਜੈਕਟ ਵੱਖਰੇ ਵੱਖਰੇ ਆ ਜੀ। ਮੈਂ ਤੁਹਾਡੇ ਬਹੁਤ ਸਾਰੀਆਂ ਮੁਲਾਕਾਤਾਂ ਦੇਖੀਆਂ ਨੇ ਟੈਲੀਵਿਜ਼ਨ ਤੇ ਰੇਡੀਓ ਤੇ ਵੀ, ਬੜਾ ਤੁਹਾਡਾ ਕਾਫੀ, ਤੁਸੀਂ ਹਿੰਦੀ ਦੇ ਵਿੱਚ ਕਾਫੀ ਉਹਨਾਂ ਨਾਲ ਗੁਫ਼ਤਗੂ ਕਰਦੇ ਹੋ। ਪਰ ਮੇਰੇ ਖਿਆਲ ਜਿਹੜੀ ਤੁਹਾਡੀ ਪਛਾਣ ਹੈ, ਇੱਕ ਪੰਜਾਬ ਦੇ ਕਲਾਕਾਰ ਦੀ ਪਛਾਣ ਹੈ, ਪੰਜਾਬੀ ਹੋਣੀ ਚਾਹੀਦੀ ਹੈ। ਜੀ ਬਿਲਕੁਲ ਜੀ, ਬਿਲਕੁਲ। ਮੈਂ ਦੱਸ ਦਵਾਂ ਕਿ ਜਦ ਆਪਾਂ ਹੈ ਹੀ ਠੋਸ ਪੰਜਾਬੀ ਤੇ ਫਿਰ ਇਹਨੂੰ ਕਿਉਂ ਭੁੱਲਣਾ। ਮੈਂ ਤੁਹਾਨੂੰ ਹੋਰ ਥੋੜਾ, ਇਹ ਸ਼ਾਇਦ ਤੁਸੀਂ ਇਹ ਗੱਲ ਮੇਰੀ ਕਿਸੇ ਰੈਫਰੈਂਸ ਦੇ ਤੌਰ ਤੇ ਵੀ ਕਹੋਗੇ ਕਿ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਤਿਨ ਹੈਗਾ ਆ, ਜਾਂ ਐਂਜਲਾ ਮਰਕਲ ਹੈਗੀ ਆ, ਜਰਮਨ ਦੀ ਪ੍ਰੈਜ਼ੀਡੈਂਟ ਹੈਗੀ ਆ, ਉਹ ਕਦੇ ਅੰਗਰੇਜ਼ੀ ਦਾ ਇੱਕ ਸ਼ਬਦ ਨਹੀਂ ਬੋਲਦੇ ਹੈਗੇ, ਉਹ ਪੰਜਾਬੀ ਆਪਣੀ ਜ਼ੁਬਾਨ ਬੋਲਦੇ ਆ। ਦੇਖੋ ਜੀ, ਐਡੇ ਵੱਡੇ ਸਟਾਰ ਹੈ, ਐਕਟਰ ਧਰਮਿੰਦਰ ਜੀ, ਹੇਮਾ ਮਾਲਿਨੀ ਜੀ, ਉਹ ਜਦੋਂ ਪੰਜਾਬ ਆ ਜਾਣ, ਮੈਂ ਕਾਫੀ ਵਾਰੀ ਕਈਆਂ ਤੋਂ ਸੁਣਿਆ, ਉਹ ਇੱਥੇ ਆ ਕੇ ਪੰਜਾਬੀ ਬੋਲਦੇ। ਸਾਡੇ ਨਾਲ ਸ਼ੂਟਿੰਗ ਸੀ ਅਕਸ਼ੇ ਜੀ ਦੀ, ਅਕਸ਼ੇ ਕੁਮਾਰ ਜੀ, ਉਹਨਾਂ ਨੇ ਵੀ ਸਾਡੇ ਨਾਲ ਪੰਜਾਬੀ ਬੋਲੀ। ਕਹਿੰਦੇ ਆਪਾਂ ਪੰਜਾਬ ਦੇ ਜੀ ਆਏ ਸੀਗੇ ਜੀ ਜਦੋਂ ਪੰਜਾਬ, ਤੇ ਉਹਨਾਂ ਨੇ ਨਾ ਕਾਲ ਕੀਤੀ, ਕਹਿੰਦੇ ਮੈਂ ਕੁੜੀਆਂ ਨੂੰ ਮਿਲਣਾ। ਤੇ ਥੋੜਾ ਜਿਹਾ ਇੱਕ ਅਸੀਂ ਬਿਜ਼ੀ ਸੀਗੇ, ਫਿਰ ਉਹ ਵੀ, ਉਹਨਾਂ ਨੇ ਵੀ ਛੇਤੀ ਜਾਣਾ ਸੀਗਾ, ਫਿਰ ਥੋੜਾ ਮਿਲ ਨਹੀਂ ਹੋਇਆ, ਪਰ ਸਾਨੂੰ ਮਿਲਣ ਉਹ ਆਏ ਸੀਗੇ। ਅੱਛਾ, ਗਾਇਕੀ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਕਿਸੇ ਨੇ ਪੁੱਛਿਆ ਵੀ ਤੁਸੀਂ ਆਪਣੇ ਆਹ ਕੰਮ ਤੋਂ ਇਲਾਵਾ ਕੀ ਕਰਦੇ ਹੋ? ਉਹ ਕਹਿੰਦੇ ਮੈਂ ਜੇ ਕਰਦਾ ਤਾਂ ਮੈਂ ਨੂਰਾ ਸਿਸਟਰ ਨੂੰ ਸੁਣ। ਮੈਂ ਆਹੀ ਸਵਾਲ ਤੁਹਾਨੂੰ ਪੁੱਛਣ ਲੱਗਿਆ ਸੀ। ਤੁਸੀਂ ਮੇਰੇ ਸਵਾਲ ਦਾ ਪਹਿਲੇ ਹੀ ਉਧਰ ਸੰਕੇਤ ਦੇ ਦਿੱਤਾ ਕਿ ਤੁਸੀਂ ਸੰਗੀਤ ਤੋਂ ਬਿਨਾਂ ਤੁਹਾਡਾ ਜੁਤੀ, ਤੁਹਾਡਾ ਕੀ ਸ਼ੌਕ ਹੈਗਾ, ਪਰਸਨਲ ਸ਼ੌਕ ਤੁਹਾਡਾ ਕੀ ਹੈ? ਪਰਸਨਲ ਵੈਸੇ ਤਾਂ ਮੈਂ ਜੀ ਸੱਚੀ ਦੱਸਾਂ, ਮੈਂ ਹੋਰ ਸਾਹਿਬ ਦੀ ਹਾਂ। ਅੱਛਾ, ਹੋਰ ਸਾਹਿਬ ਦੀ। ਮੇਰਾ ਜੇ ਚਾਹੇ ਮਨ ਤਾਂ ਮੈਂ ਅੱਜ ਵੀ ਖਿਲੌਣੇ ਲੈ ਆਵਾਂ, ਖਿਲੌਣਿਆਂ ਨਾਲ ਖੇਡੀ ਜਾਵਾਂ। ਕਿੰਨਾ ਸ਼ੌਕ ਹੈਗਾ। ਇਹਨਾਂ ਨੂੰ ਮਿੱਟੀ ਦੇ ਖਿਡੌਣੇ ਬਣਾਉਣ ਦਾ ਬਹੁਤ ਸ਼ੌਕ ਹੈ ਜੀ। ਵਾਓ। ਜਿਵੇਂ ਆਪਾਂ ਬਣਾ ਲੈਣੀ ਆ। ਉੱਥੇ ਕਹਿ ਨਹੀਂ ਦਿੰਦੇ, ਤੁਹਾਨੂੰ ਪਤਾ ਹੋਣਾ, ਕੁੰਡੀ ਘੁੱਟਣਾ ਉਹ ਕਹਿੰਦੇ ਨੇ। ਹਾਂਜੀ ਹਾਂਜੀ, ਕੁੰਡੀ ਸੋਟਾ ਉਹ ਬਣਾਉਣਾ, ਚੁੱਲ੍ਹਾ ਬਣਾਉਣਾ, ਪਲੇਟਾਂ, ਗਲਾਸ, ਫਿਰ ਸਿਲੰਡਰ ਵੀ ਮਿੱਟੀ ਦਾ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ ਸੀਗਾ ਛੋਟੀ ਜਿਹੀ, ਕਿ ਤੁਸੀਂ ਨਹੀਂ ਸੁਣਿਆ ਹੋਣਾ, ਵਿੰਸਟਨ ਚਰਚਿਲ ਸਾਡੇ ਇੰਗਲੈਂਡ ਦੇ ਬਹੁਤ ਵੱਡੇ ਪ੍ਰਧਾਨ ਮੰਤਰੀ ਹੋਏ ਆ,
ਜਦੋਂ ਦੂਜੀ ਵੱਡੀ ਜੰਗ ਲੱਗੀ ਸੀਗੀ 1945 44-45 ਦੇ ਵਿੱਚ, ਉਹ ਉਦੋਂ ਪ੍ਰਾਈਮ ਮਿਨਿਸਟਰ ਸਾਡੇ ਸੀਗੇ, ਉਹਨਾਂ ਦਾ ਸ਼ੌਂਕ ਸੀ ਚਿੱਤਰਕਾਰੀ। ਉਹ ਇੰਨੇ ਵਧੀਆ ਆਰਟਿਸਟ ਸੀਗੇ, ਉਹਨਾਂ ਦੀਆਂ ਹਾਲੇ ਵੀ ਜਿਹੜੀਆਂ ਚਿੱਤਰਕਾਰੀ ਆ ਉਹ ਕਈ ਨੁਮਾਇਸ਼ਾਂ ਵਿੱਚ ਲੱਗਦੀ ਆ। ਉਹ ਮਤਲਬ ਹੀ ਇਜ਼ ਦਾ ਵਨ ਆਫ ਦਾ ਬੈਸਟ ਪੇਂਟਰ ਜਿੱਦਾਂ ਕਹਿ ਦਈਏ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਸ਼ੌਕ ਹੈ ਪੇਂਟਿੰਗ ਦਾ ਤੁਹਾਨੂੰ, ਹਾਂ ਮੈਂ ਉਹੀ ਕਹਿੰਦਾ ਸੀਗਾ, ਸਾਨੂੰ ਹੋਰ ਸ਼ੌਕ ਪਾਲਣੇ ਵੀ ਚਾਹੀਦੇ ਹੈਗੇ ਆ। ਸਮਾਂ ਬਹੁਤ ਤੇਜ਼ੀ ਨਾਲ ਅੱਗੇ ਦੌੜਾ ਜਾ ਰਿਹਾ ਹੈਗਾ ਕਿ ਮੈਂ ਤੁਹਾਡਾ ਜਿਹੜਾ ਇੱਕ ਰੂਹ ਦਾ ਕੋਈ ਗੀਤ ਹੋਵੇ ਜਿਹੜਾ ਤੁਸੀਂ ਚਾਹੋ ਕਿ ਮੈਂ ਹੈ ਨਾ ਦਰਸ਼ਕਾਂ ਦਾ ਬਹੁਤ ਸਾਰੇ ਸੁਣੇ ਹੋਣਗੇ, ਜਿਹੜਾ ਤੁਸੀਂ ਮੈਨੂੰ ਸੁਣਾਉਣਾ ਚਾਹੋ। ਹਾਂਜੀ ਹਾਂਜੀ ਕਿਹੜਾ ਸੁਣਾਈਏ? ਦੋਹਾਂ ਤੋਂ ਕਿ ਸੁਣਨਾ ਮੈਂ। ਹਾਂਜੀ ਹਾਂਜੀ ਠੀਕ ਹੈ ਜੀ। ਉਹ ਲਾ ਦਿਓ ਜੀ ਸੋਹਣੇ ਜੀ। ਦਨਰਾ ਜੀਵੇ ਸੋਹਣਿਆ ਜੀ ਭਾਵੇਂ ਕਿਸੇ ਦਾ ਹੋ ਕੇ ਜੀ, ਜੀਵੇ ਸੋਹਣਿਆ ਜੀ ਭਾਵੇਂ ਕਿਸੇ ਦਾ ਹੋ ਕੇ ਜੀ। ਕੀ ਹੋਇਆ ਜੇ ਅੱਜ ਨਹੀਂ ਸਾਡਾ, ਕੀ ਹੋਇਆ ਜੇ ਅੱਜ ਨਹੀਂ ਸਾਡਾ, ਕਦੇ ਤਾਂ ਹੁੰਦਾ ਸੀ। ਜੀਵੇ ਸੋਹਣਿਆ ਜੀ ਭਾਵੇਂ ਕਿਸੇ ਦਾ ਹੋ ਕੇ ਜੀ, ਜੀਵੇ ਸੋਹਣਿਆ ਜੀ ਭਾਵੇਂ ਕਿਸੇ ਦਾ ਹੋ ਕੇ ਜੀ। ਚਲੋ ਅਸੀਂ ਤੁਹਾਡਾ ਦੋਹਾਂ ਦਾ ਸਵੀਕਾਰ ਕਰ ਲੈਂਦੇ ਆ। ਪਰ ਮੇਰਾ ਸ਼ੌਕ ਸੀਗਾ ਜੇ ਮੈਂ ਇੱਕ ਤੁਹਾਡੇ ਕੋਲ ਜੇ ਤੁਹਾਨੂੰ ਲਾਈਨਾਂ ਯਾਦ ਹੋਣ ਕਿ ਸ਼ੌਂਕੜ ਮੇਲੇ ਦੀ ਪ੍ਰਕਾਸ਼ ਕੌਰ ਦਾ ਗਾਇਆ ਗੀਤ ਹੈਗਾ ਇਹ, ਨੰਦ ਲਾਲ ਨੂਰਪੁਰੀ ਜੀ ਦੀ ਰਚਨਾ ਸੀ। ਸਟੇਜ ਤੇ ਸੁਣਾਵਾਂਗੇ। ਫੇਰ ਸੁਣਾਓ ਸਟੇਜ ਤੇ, ਠੀਕ ਹੈ ਜੀ। ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਜਿਹੜੇ ਇੱਥੇ ਸ਼ੋਅ ਹੋ ਰਿਹਾ, ਸਮਾਂ ਬਹੁਤ ਤੇਜ਼ੀ ਨਾਲ ਅੱਗੇ ਜਾ ਰਿਹਾ ਤੁਹਾਡਾ। ਹੁਣੇ ਹਾਲ ਹੀ ਵਿੱਚ ਲੰਡਨ ਵਿੱਚ ਸ਼ੋਅ ਹੋ ਕੇ ਹਟਿਆ, ਤੁਸੀਂ ਕਿੱਦਾਂ ਮਹਿਸੂਸ ਕੀਤਾ ਉਸ ਤੋਂ ਬਾਅਦ? ਬਹੁਤ ਵਧੀਆ ਜੀ। ਤੇ ਰਿਐਕਸ਼ਨਸ ਕਿੱਦਾਂ ਸੀ ਫੈਨ ਤੋਂ? ਬਸ ਬੈਸਟ ਰਿਐਕਸ਼ਨ so far ਠੀਕ ਹੈ। ਤੇ ਤੁਹਾਡਾ 9 ਤਰੀਕ ਨੂੰ ਹੋ ਰਿਹਾ ਹੈਗਾ ਬਰਮਿੰਘਮ ਬਾਰਕਲੇਕਾਰ ਅਰੀਨਾ ਦੇ ਵਿੱਚ, ਹੈ ਨਾ? ਹਾਂਜੀ। ਤੇ ਆਹ ਕੈਮਰਾ ਤੁਹਾਡੇ ਵੱਲ ਆ, ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੀ ਜ਼ੁਬਾਨੀ? ਬਸ ਜੀ ਸਾਡੇ ਗਿਣਤੀ ਦੇ 3 ਸ਼ੋਅ ਰਹਿ ਗਏ ਨੇ ਜੀ। ਬਰਮਿੰਘਮ ਦਾ ਹਾਂ ਤੇ ਲੀਡਸ, ਗਲਾਸਗੋ। ਤੇ ਸਾਰਿਆਂ ਨੂੰ ਬਸ ਇਹੀ ਬੇਨਤੀ ਹੈ ਕਿ ਤੁਸੀਂ ਸਾਰੇ ਜਾਣੇ ਆਓ ਔਰ ਇਸ ਸ਼ੋਅ ਦਾ ਆਨੰਦ ਮਾਣੋ। ਬਸ ਮੈਂ ਤਾਂ ਇਹੀ ਕਹੂੰਗਾ। ਪ੍ਰਿਯੰਕਾ, Yes. Your last question. My last question is going to be a good one. Now, in the UK, all of the children have gone back to school. To inspire them while they're back at school and back into education, do you have a few words, or if you can put in song or lyrics to embrace education, the importance of education? ਪ੍ਰਿਯੰਕਾ ਦਾ ਸਵਾਲ ਹੈਗਾ ਕਿ ਬੱਚੇ ਹੁਣ ਛੁੱਟੀਆਂ ਸੀ ਸਕੂਲਾਂ ਦੇ ਵਿੱਚ, ਬੱਚੇ ਸਕੂਲਾਂ ਵਿੱਚ ਵਾਪਸ ਚਲੇ ਗਏ ਆ, ਕਿ ਤੁਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਵੱਲ, ਵਿੱਦਿਆ ਦੇ ਵੱਲ ਕਿੱਦਾਂ ਮੈਂ ਉਹੀ ਗੱਲ ਕਰਨ ਲੱਗੀ ਸੀ। ਪ੍ਰੇਰਨਾ ਦਿਓਗੇ ਤੁਸੀਂ? ਪਹਿਲੀ ਗੱਲ ਤਾਂ ਇਹ ਆ ਜੀ, ਜਿਹੜੇ ਬੱਚੇ ਆਪਣਾ ਜਿਹੜਾ ਹੁਨਰ ਜਿਨ੍ਹਾਂ ਦਾ ਅੰਦਰ ਜਾ ਰਿਹਾ, ਹਾਂਜੀ, ਚਾਹੇ ਉਹ ਛੋਟੇ ਨੇ, ਚਾਹੇ ਉਹ ਵੱਡੇ ਨੇ, ਚਾਹੇ ਸਾਡੇ ਤੋਂ ਵੱਡੇ ਨੇ, ਹਾਂਜੀ, ਕਿਉਂਕਿ ਉਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਪੇਰੈਂਟਸ ਤੇ ਹੀ ਆਉਂਦੀ ਗੱਲ ਜੀ। ਕਿਉਂਕਿ ਪੇਰੈਂਟਸ ਨੂੰ ਇਹ ਰਿਕੁਐਸਟ ਹੈ ਕਿ ਬੱਚਿਆਂ ਦਾ ਜੋ ਦਿਲ ਕਰਦਾ, ਜੋ ਮਨ ਕਰਦਾ, ਉਹਨਾਂ ਨੂੰ ਕਰਨ ਦਿਓ। ਇਹ ਆ ਵੀ ਸਿਰਫ ਉਹਨਾਂ ਨੂੰ ਇੰਨੀ ਗੱਲ ਕੰਨ ਚ ਪਾ ਦਿਓ ਵੀ ਕਰਿਓ, ਚੰਗਾ ਕਰਿਓ, ਸਾਡੀ ਪੰਜਾਬੀ ਮਾਂ ਬੋਲੀ ਨੂੰ ਰੱਖ ਕੇ ਕਰਿਓ। ਵਾਹ। ਜੋ ਵੀ ਕਰਨਾ ਚੰਗਾ ਕਰਿਓ, ਕਲਚਰ ਦੇ ਵਿੱਚ ਰੱਖ ਕੇ ਕਰਿਓ। ਹਾਂਜੀ, ਸੱਭਿਆਚਾਰ, ਚਾਹੇ ਉਹ ਬੱਚਾ ਪੜ੍ਹਦਾ, ਚਾਹੇ ਉਹ ਗਾਉਣ ਦੇ ਵੱਲ ਧਿਆਨ ਹੈ, ਚਾਹੇ ਉਹ ਕਿਸੇ ਨੌਕਰੀ ਵੱਲ ਧਿਆਨ ਉਹਦਾ, ਚਾਹੇ ਉਹ ਐਕਟਰ ਬਣੋ, ਕੋਈ ਵੀ ਕੰਮ ਲਾ ਲਓ, ਬਸ ਇਹ ਆ ਵੀ ਵਧੀਆ ਕਰਿਓ, ਦਿਲ ਲਾ ਕੇ। ਮੇਰੇ ਖਿਆਲ ਹੈ ਜੋਤੀ ਜੀ ਦਾ ਜਿਹੜਾ ਸੁਨੇਹਾ ਉਹ ਇਹ ਆ ਕਿ ਜਿਹੜੀ ਕਲਾ ਹੈਗੀ ਆ ਉਹ ਹਰ ਖੇਤਰ ਦੇ ਵਿੱਚ ਪ੍ਰਧਾਨ ਹੋਣੀ ਚਾਹੀਦੀ ਹੈ, ਚਾਹੇ ਉਹ ਖੇਡਾਂ ਦੀ ਹੈ, ਕਿਉਂਕਿ ਅੱਜ ਕੱਲ ਤਾਂ ਇਹ ਹੋ ਗਿਆ ਜੀ, ਬੱਚੇ ਮਾਪਿਆਂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਮਾਪਿਓ। ਹਾਂਜੀ, ਇਹ ਪੰਜਾਬ 'ਚ ਵੀ ਇਹ ਰੁਝਾਨ ਹੈਗਾ? ਹਾਂਜੀ ਹਾਂਜੀ, ਬਹੁਤ। ਅੱਛਾ, ਤਾਂ ਹੀ ਕਹਿ ਰਹੇ ਆ। ਮੇਰੀ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਪਲੀਜ਼, ਕਿਉਂਕਿ ਮਾਪਿਓ ਸਦਾ ਲਈ ਨਹੀਂ ਮਿਲਦੇ, ਬਾਕੀ ਸਭ ਕੁਝ ਆ ਜਾਂਦੇ, ਕਹਿੰਦੇ ਹੁੰਦੇ ਨੇ 100 ਚਾਚਾ ਇੱਕ ਪਿਓ। ਮੈਂ ਵੀ ਅੱਜ ਹੀ ਫਸਟ ਟਾਈਮ ਛੱਡ ਕੇ ਆਈ ਮੇਰੇ ਬੇਟੇ ਨੂੰ, ਬਿਮਾਰ ਹੈ ਜੀ। ਅੱਛਾ ਜੀ। ਹਾਂਜੀ, ਤੇ ਤੁਹਾਨੂੰ ਪਤਾ ਪਿਓ ਹੀ ਪੁੱਛਦਾ ਹੁੰਦਾ, ਤਾਂ ਮਾਂ ਤੇ ਪਿਓ ਹੁੰਦਾ ਬਸ। ਹਾਂਜੀ, ਬਾਕੀ ਹਾਂ, ਦਾਤੇ ਦੀ ਰਹਿਮਤ ਆ ਜੀ। ਔਰ ਭੈਣਾਂ ਵੀਰਾਂ ਨੂੰ ਮੇਰੀ ਇਹੀ ਬੇਨਤੀ ਹੈ, ਜਿਹੜੇ ਆ ਆਲਤੂ ਫਾਲਤੂਆਂ ਦੇ ਨਸ਼ੇ ਵਸ਼ੇ ਕੰਮ ਵਮ ਇਦਾਂ ਦੇ ਕਰਦੇ ਨੇ, ਪਲੀਜ਼ ਇਹਨਾਂ ਨੂੰ ਬੰਦ ਕਰੋ ਔਰ ਆਪਣੀ ਪੰਜਾਬੀ ਮਾਂ ਬੋਲੀ ਨੂੰ
ਔਰ ਆਪਣੀ ਜਿਹੜੀ ਘਰ ਦੀ ਮਾਂ ਜਿਹੜੀ ਉਹਨੂੰ ਪਹਿਲਾਂ ਸਤਿਕਾਰ ਕਰੋ। ਪੰਜਾਬੀ ਮਾਂ ਬੋਲੀ ਨੂੰ ਤਾਂ ਹੀ ਕਰੋਗੇ, ਆਪਣੀ ਘਰ ਦੀ ਮਾਂ ਨੂੰ ਸਤਿਕਾਰ ਕਰੋਗੇ। ਇੱਕ ਹੋਰ question, uncle? ਲਾਸਟ ਵਨ ਓਕੇ। There are so many stars who want to leave behind a legacy. I want to know, ਮੈਂ question ਪੁੱਛਣਾ ਚਾਹੁੰਦੀ, ਤੁਸੀਂ ਕੀ ਚਾਹੁੰਦੇ ਆ ਕਿਤੇ ਲੋਕੀ ਤੁਹਾਨੂੰ ਕਿੱਦਾਂ ਯਾਦ ਕਰਨ? ਕਿੱਦਾਂ ਯਾਦ ਕਰਨਗੇ? How would you like to be remembered? ਮਰਿਆ ਬਾਅਦ ਜਾ As a legend, when you as a legend. ਯਾਦ ਤਾਂ ਕਰਦੇ ਨੇ, ਬਾਕੀ ਗੱਲ ਤਾਂ ਫਿਰ ਗੁਜ਼ਰਿਆਂ ਤੇ ਜਾਂਦੀ ਹੈ, ਕਿਉਂਕਿ ਜਦ ਤੱਕ ਅਸੀਂ ਹੈਗੇ ਆ ਤੇ ਇਹੀ ਸਾਡੀ ਸੂਫੀ ਗਾਇਕੀ ਜਿਹੜੀ ਉਹਨੂੰ ਅਸੀਂ ਕਾਇਮ ਰੱਖਾਂਗੇ। ਕਦੀ ਬਹੁਤ ਜਾਣੇ ਇੰਟਰਵਿਊ 'ਚ ਸਾਨੂੰ ਪੁੱਛਦੇ ਨੇ ਕਿ ਤੁਸੀਂ ਸੂਫੀ ਤੋਂ ਹਟ ਕੇ ਕੁਝ ਹੋਰ ਗਾਓਗੇ ਜਾਂ ਤੁਸੀਂ ਕਲਚਰ ਨੂੰ ਗਾਓਗੇ ਜਾਂ ਜਿੱਦਾਂ ਵੀ ਲਾ ਲਓ, ਤੇ ਅਸੀਂ ਉਹਨਾਂ ਨੂੰ ਇਹ ਜਵਾਬ ਦੇਈਦਾ ਵੀ ਜਦ ਤੱਕ ਅਸੀਂ ਹੈਗੇ ਵੀ ਆਪਣੀ ਸੂਫੀ ਗਾਇਕੀ ਨੂੰ ਕਾਇਮ ਰੱਖਾਂਗੇ। ਹਾਂਜੀ। ਬਾਕੀ ਤਾਂ ਫਿਰ ਬੰਦਾ ਮਰਿਆ ਬਾਅਦ ਹੀ ਯਾਦ ਰੱਖਦਾ ਜੀ ਸਭ ਕੁਝ। ਤੁਹਾਨੂੰ ਕਦੇ ਪਾਕਿਸਤਾਨ ਜਾਣ ਦਾ ਮੌਕਾ ਵੀ ਮਿਲਿਆ? ਕਾਲਸ ਤਾਂ ਬਹੁਤ ਆਉਂਦੇ ਪਰ ਡਰ ਲੱਗਦਾ। ਮੈਂ ਕਹਾਂਗਾ ਕਿ ਬਹੁਤ ਸਾਰੇ ਸਾਡੇ ਪੰਜਾਬੀ ਜਿਹੜੇ ਦਰਸ਼ਕ ਇਸ ਵੇਲੇ ਸਾਡੇ ਪਾਕਿਸਤਾਨੀ ਪੰਜਾਬੀ ਸਾਡੇ ਪ੍ਰੋਗਰਾਮ ਸੁਣਦੇ ਆ ਔਰ ਸਾਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਉਹਨਾਂ ਦੇ ਵਿੱਚ ਉਹਨਾਂ ਦੀ ਰੂਹ ਦੇ ਵਿੱਚ ਹੀ ਬਹੁਤ ਪਿਆਰ ਆ, ਜਿਹੜਾ ਖਾਸ ਤੌਰ ਤੇ ਪੰਜਾਬ ਦਾ ਏਰੀਆ ਹੈਗਾ ਬਹੁਤ ਪਿਆਰ ਕਰਦੇ ਆ, ਖਾਸ ਤੌਰ ਤੇ ਗਾਇਕੀ ਨੂੰ। ਤਾਂ ਉਹਨਾਂ ਦੇ ਜੇ ਕਹਿ ਦਈਏ ਕਿ ਉਹਨਾਂ ਦੀ ਜਿਹੜੀ ਆਵਾਜ਼ ਆ, ਜ਼ੁਬਾਨ ਆ, ਉਹ ਸਾਡੇ ਨਾਲੋਂ ਬੜੀ ਸਾਫ਼ ਸੁਥਰੀ ਹੈ, ਬੜੀ ਸ਼ਿੱਦਤ ਦੇ ਨਾਲ ਪੰਜਾਬੀ ਬੋਲਦੇ ਆ। ਤੇ ਅਖੀਰਲੇ ਸ਼ਬਦਾਂ ਦੇ ਵਿੱਚ ਕਿਉਂਕਿ ਸਮਾਂ ਐਨ 1 ਮਿੰਟ ਰਹਿ ਗਿਆ ਹੈਗਾ, ਤੁਸੀਂ ਸੁਲਤਾਨਾ ਜੀ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੈਗੇ ਆ? ਆਪਣੇ ਕੋਈ ਦਿਲ ਦੀ ਗੱਲ ਜਾਂ ਕੋਈ ਤਜਰਬਾ ਕੋਈ ਸਾਂਝਾ ਕਰਨਾ, ਉਹਦੇ ਬਿਨਾਂ ਦੇ ਉੱਤੇ ਤੁਸੀਂ ਕੀ ਗੱਲ ਕਹਿਣੀ ਚਾਹੁੰਦੇ ਆ? ਬਸ ਜੀ ਸਾਡੇ ਵੱਲੋਂ ਤਾਂ ਮੈਸੇਜ ਤਾਂ ਕੀ ਹੈ ਜੀ, ਇਹ ਸਾਰੇ ਜਿੰਨੇ ਸਾਨੂੰ ਦਰਸ਼ਕ ਦੇਖ ਰਹੇ ਨੇ, ਸੁਣ ਰਹੇ ਨੇ, ਸਾਰਿਆਂ ਨੂੰ ਇਹੀ ਹੈ ਕਿ ਹੁਮਾ ਕੇ ਸਾਰੇ ਪਹੁੰਚੋ ਜੀ, ਤੇ ਬੜੇ ਉਤਾਵਲੇ ਜੀ ਅਸੀਂ ਵੀ ਤੁਹਾਡਾ ਆਸ਼ੀਰਵਾਦ ਪਿਆਰ ਲੈਣ ਲਈ। ਸਾਰੇ ਜਣੇ ਪਹੁੰਚੋ, ਇਹ ਸਾਡੇ ਸ਼ੋਅ ਤੁਸੀਂ ਦੇਖੋ, ਆਪਣੀ ਫੈਮਲੀਜ਼ ਨੂੰ ਨਾਲ ਲੈ ਕੇ ਆਓ ਜੀ, ਤੁਹਾਨੂੰ ਬਹੁਤ ਚੰਗਾ ਲੱਗੂਗਾ ਜੀ। ਹਾਂਜੀ। ਤੇ ਜਿੱਦਾਂ ਸਾਡੀ ਜੋਤੀ ਤੇ ਸੁਲਤਾਨਾ ਕਹਿੰਦੀ ਸੀ Birmingham 9th September, Leeds 10th of September and Glasgow 11th of September। ਤੇ ਤੁਸੀਂ ਜ਼ਰੂਰ ਆ ਕੇ ਜੁੜਿਓ। ਪਿਆਰੇ ਦਰਸ਼ਕੋ, ਇਹ ਸੀ ਅੱਜ ਦਾ ਪ੍ਰੋਗਰਾਮ ਔਰ ਬੜੀ ਖੁਸ਼ੀ ਹੋਈ ਕਿ ਇਹਨਾਂ ਬੱਚਿਆਂ ਦੇ ਉੱਤੇ ਪਰਮਾਤਮਾ ਦੀ ਬੜੀ ਕਿਰਪਾ ਹੈ, ਬੜੀ ਸਾਦਗੀ ਆ ਔਰ ਬੜੀ ਪੰਜਾਬੀ ਜਿਹੜੀ ਰੂਹ ਹੈਗੀ ਆ ਇਹਨਾਂ ਦੇ ਵਿੱਚ ਹੈਗੀ ਆ ਔਰ ਬਾਕੀ ਇਹਨਾਂ ਨੇ ਜਿਹੜੀ ਪੰਜਾਬੀ ਗਾਇਕੀ ਆ। ਪਰ ਅਸੀਂ ਕੋਸ਼ਿਸ਼ ਕਰਾਂਗੇ ਇਹ ਥੋੜਾ ਸੱਭਿਆਚਾਰ ਵੀ ਗਾਉਣ, ਜਿਹਦੇ ਵਿੱਚੋਂ ਸਾਡੇ ਨੌਜਵਾਨਾਂ ਨੂੰ ਉਹਨੇ ਆਪਣੇ ਸ਼ਬਦਾਂ ਵਿੱਚ ਸਾਨੂੰ ਉਹਨਾਂ ਸੁਨੇਹਾ ਦਿੱਤਾ ਕਿ ਨਸ਼ਿਆਂ ਤੋਂ ਵੱਖਰੇ ਰਹਿਣਾ ਚਾਹੀਦਾ, ਨਸ਼ਿਆਂ ਨੂੰ ਤਿਲਾਂਜਲੀ ਦੇ ਕੇ ਸਾਫ਼ ਸੁਥਰੀ ਜ਼ਿੰਦਗੀ ਦੇ ਵਿੱਚ ਆਓ ਔਰ ਸਾਫ਼ ਸੁਥਰੀ ਗਾਇਕੀ ਦਾ ਆਨੰਦ ਮਾਣੋ। ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਵਰਗੇ, ਜਿਹੜੇ ਪ੍ਰੋਫੈਸਰ ਮੋਹਨ ਸਿੰਘ ਬਾਰੇ, ਜਿਨ੍ਹਾਂ ਨੇ ਰੂਹੇ ਰਵਾਂ ਹੋ ਕੇ ਪੰਜਾਬੀਅਤ ਨੂੰ, ਪੰਜਾਬੀ ਕਲਚਰ ਨੂੰ, ਪੰਜਾਬੀ ਸੱਭਿਆਚਾਰ ਨੂੰ ਲਿਖਿਆ, ਤੇ ਉਹ ਵੀ ਥੋੜ੍ਹਾ ਬਹੁਤਾ ਰੰਗ ਪੇਸ਼ ਕਰਨ, ਕਿਉਂਕਿ ਉਹਨਾਂ ਵਿੱਚ ਵੀ ਇੱਕ ਸੁਨੇਹਾ ਹੈਗਾ ਜਿਵੇਂ ਕਿ ਇਹਨਾਂ ਦਾ ਸੁਨੇਹਾ ਹੈਗਾ। ਤੇ ਇਸ ਦੇ ਨਾਲ ਹੀ ਅਸੀਂ ਆਪਣੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਪਣੇ ਵੱਲੋਂ ਦਰਸ਼ਕਾਂ ਨੂੰ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਇਹਨਾਂ ਦੀ ਪਰਫਾਰਮੈਂਸ ਅਜੇ ਤੱਕ ਨਹੀਂ ਦੇਖੀ ਹੈਗੀ, ਟੈਲੀਵਿਜ਼ਨ ਤੇ ਜਾਂ ਇੰਟਰਨੈਟ ਤੇ ਦੇਖ ਲੈਣ ਨਾਲ ਗੱਲ ਨਹੀਂ ਬਣਦੀ ਹੈਗੀ, ਇਹਨਾਂ ਨੂੰ ਅੱਖੀਂ ਜਾ ਕੇ ਤੁਸੀਂ ਦੇਖੋਗੇ ਤੇ ਵਾਕਿਆ ਹੀ ਮੇਰੇ ਖਿਆਲ ਤੁਹਾਨੂੰ ਇੱਕ ਨਵਾਂ ਨਜ਼ਾਰਾ ਉਹਦੇ ਵਿੱਚੋਂ ਮਿਲੇਗਾ, ਕਿਉਂਕਿ ਉਹ ਗੱਲਾਂ ਅਸੀਂ ਇੱਥੇ ਤਾਂ ਨਹੀਂ ਬਹੁਤੀਆਂ ਕਰ ਸਕਦੇ ਜਾਂ ਗਾ ਸਕਦੇ, ਪਰ ਇਹ ਦੇਖਣ ਦੇ ਨਾਲ ਹੀ ਤੁਹਾਨੂੰ ਇਹਨਾਂ ਦੀ ਜਿਹੜੀ ਗਾਇਕੀ ਆ, ਜਿਹੜਾ ਇਹਨਾਂ ਦਾ ਫਨ ਹੈਗਾ, ਉਹਦਾ ਜਿਹੜਾ ਇਹਨਾਂ ਦੇ ਮਨ ਦਾ ਜਿਹੜਾ ਸ਼ੀਸ਼ਾ ਤੁਸੀਂ ਉਹਨੂੰ ਸਟੇਜ 'ਤੇ ਦੇਖ ਸਕਦੇ ਆ। ਔਰ ਇਹ ਵੀ ਦੇਖਿਆ ਕਿ ਜਦੋਂ ਕਲਾਕਾਰ ਸਟੇਜ 'ਤੇ ਹੁੰਦਾ ਉਹਦੇ ਵਿੱਚ ਇੱਕ ਵੱਖਰਾ ਜਲਵਾ ਹੁੰਦਾ, ਉਹਦੇ 'ਚ ਇੱਕ ਵੱਖਰੀ ਰੂਹ ਹੁੰਦੀ ਹੈਗੀ ਆ। ਮੇਰੇ ਖਿਆਲ ਉਹ ਸੰਗੀਤ ਦੀ ਹੀ ਇੱਕ ਕਿਰਪਾ ਹੈਗੀ ਆ। ਤੇ ਇਸ ਦੇ ਨਾਲ ਹੀ ਸੁਲਤਾਨਾ ਜੀ ਤੇ ਨੂਰਾ ਜੋਤੀ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਮਾਂ ਕੱਢਿਆ ਸਾਡੇ ਕੋਲ ਆਏ ਆ। ਤੇ ਫਿਰ ਵੀ ਜਦੋਂ ਅਗਲੀ ਵਾਰ ਆਏ ਸਾਡੇ ਕੋਲ ਜ਼ਰੂਰ ਆਇਓ, ਅਸੀਂ ਵੀ ਇੰਡੀਆ ਆਏ ਤੁਹਾਨੂੰ ਜ਼ਰੂਰ ਅਸੀਂ ਮਿਲਾਂਗੇ ਆ ਕੇ, ਤੇ ਇਹਦੇ ਜੁੜਾਂਗੇ ਸਾਡੇ। ਅਗਲੀ ਵਾਰ ਆਓਗੇ ਇਹ ਜੁੜ ਜਾਓਗੀ ਤੁਹਾਡੇ ਨਾਲ। ਹਾਂ, ਅਗਲੀ ਵਾਰ ਆਓਗੇ ਤੁਸੀਂ ਵੀ ਸਾਡੇ ਨਾਲ ਜੁੜਿਓ। ਅਗਲੀ ਵਾਰ ਇਹ ਜੁੜ ਜਾਵੇਗੀ। ਤੇ ਪਿਆਰੇ ਦਰਸ਼ਕੋ, ਆਗਿਆ ਦਿਓ, ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ, ਇਹਨਾਂ ਦਾ ਪ੍ਰੋਗਰਾਮ ਜ਼ਰੂਰ ਜਾ ਕੇ ਦੇਖੋ। ਇਸ ਪ੍ਰੋਗਰਾਮ ਦੇ ਬਾਰੇ ਸਾਨੂੰ ਆਪਣੇ ਵਿਚਾਰ ਜ਼ਰੂਰ ਦਿਓ। ਜ਼ਿੰਦਗੀ ਰਹੀ ਤਾਂ ਕੱਲ੍ਹ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਇਸੇ ਹੀ ਪ੍ਰੋਗਰਾਮ ਦੇ ਵਿੱਚ, ਇਸੇ ਸਮੇਂ ਬ੍ਰੇਕਫਾਸਟ ਸ਼ੋਅ ਦੇ ਵਿੱਚ। ਤੇ ਜਦ ਤੱਕ ਆਪਣਾ ਰੱਖਣਾ ਖਿਆਲ। ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।